ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਲੋਕ ਸਭਾ ਵਿੱਚ ਬੇਭਰੋਸਗੀ ਦੇ ਮਤੇ ਉੱਤੇ ਜਿਹੜੀ ਬਹਿਸ ਹੈ ਉਹ ਮੁਕੰਮਲ ਹੋ ਗਈ ਹੈ ਔਰ ਉਸ ਬਹਿਸ ਦੇ ਵਿੱਚ ਜਿਹੜਾ ਮਤਾ ਪੇਸ਼ ਕੀਤਾ ਗਿਆ ਸੀ ਬੇਭਰੋਸਗੀ ਦਾ, ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਜਿਹੜੇ ਅਸਾਮ ਤੋਂ ਨੇ, ਗੌਰਵ ਗੰਗੋਈ, ਤੇ ਉਹਨਾਂ ਨੇ ਉਸ ਮਤੇ ਦੇ ਵਿੱਚ ਜਿਹੜੀਆਂ ਸਵਾਲ ਉਠਾਏ ਸੀ ਉਹ ਮੁੱਖ ਤੌਰ ਤੇ 3 ਸਵਾਲ ਸੀਗੇ। ਪਹਿਲਾ ਸਵਾਲ ਸੀਗਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਮਣੀਪੁਰ ਕਿਉਂ ਨਹੀਂ ਗਏ, ਜਦੋਂ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮਣੀਪੁਰ ਜਿਹੜਾ ਉਹ ਜਲ ਰਿਹਾ ਹੈ। ਦੂਸਰਾ, ਉੱਥੇ ਜਿਹੜੀ ਸੂਬੇ ਦੀ ਹਾਲਤ ਬਣੀ ਹੈ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੂੰ ਤੁਸੀਂ ਬਰਖਾਸਤ ਕਿਉਂ ਨਹੀਂ ਕੀਤਾ। ਤੀਸਰਾ, ਕਿ ਉੱਥੋਂ ਦੇ ਲੋਕਾਂ ਦੇ ਲਈ ਤੁਸੀਂ ਕੋਈ ਸੰਵੇਦਨਾ ਦੇ ਸ਼ਬਦ ਕਿਉਂ ਨਹੀਂ ਕਹੇ, ਉੱਥੋਂ ਦੇ ਲੋਕਾਂ ਲਈ ਕੋਈ ਰਾਹਤ, ਕੋਈ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕੀਤਾ, ਔਰ ਨਾਲ ਦੀ ਨਾਲ ਉਹ ਜਿਹੜਾ ਉੱਥੇ ਅਮਨ ਕਾਨੂੰਨ ਦੀ ਸਥਿਤੀ ਹੈ ਉਸ ਨੂੰ ਠੀਕ ਕਰਨ ਦੇ ਲਈ ਬਾਕੀ ਥਾਵਾਂ ਤੇ ਜੇ ਫੌਜ ਭੇਜੀ ਜਾਂਦੀ ਹੈ ਤੇ ਉੱਥੇ ਫੌਜ ਨੂੰ ਕਿਉਂ ਨਹੀਂ ਭੇਜਿਆ ਗਿਆ। ਇਹ ਜਿਹੜੇ ਸਵਾਲ ਉਹਨਾਂ ਨੇ ਬੇਭਰੋਸਗੀ ਦੇ ਮਤੇ ਵਿੱਚ ਲਿਆਂਦੇ ਸੀਗੇ ਤੇ ਉਸੇ ਮਤੇ ਦੇ ਉੱਤੇ ਜਿਹੜੀ ਬਹਿਸ ਹੈ ਉਹ 17 ਘੰਟੇ ਚੱਲੀ ਹੈ ਔਰ ਉਸ ਬਹਿਸ ਦੇ ਵਿੱਚ ਸਭ ਤੋਂ ਹਮਲਾਵਰ ਹੋ ਕੇ ਜਿਹੜੇ ਕਾਂਗਰਸ ਵੱਲੋਂ ਬੋਲੇ ਉਹ ਸੀਗੇ ਰਾਹੁਲ ਗਾਂਧੀ, ਜਿਨ੍ਹਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਉੱਥੇ ਜੋ ਕੁਝ ਹੋਇਆ ਮਣੀਪੁਰ 'ਚ, ਉਸ ਦੇ ਜਿਸ ਤਰ੍ਹਾਂ 2 ਟੁਕੜੇ ਕਰ ਦਿੱਤੇ ਗਏ ਆ ਤੇ ਉੱਥੇ ਭਾਰਤ ਮਾਤਾ ਦੀ ਹੱਤਿਆ ਹੋਈ ਹੈ, ਜਿਸ ਤਰ੍ਹਾਂ ਦੇਸ਼ ਦੇ ਵਿੱਚ ਜੋ ਕੁਝ ਵੱਖ-ਵੱਖ ਥਾਵਾਂ ਤੇ ਮੋਦੀ ਦੀ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਸਾਰੇ ਦੇਸ਼ ਦੇ ਅੰਦਰ ਜਿਹੜਾ ਕੈਰੋਸੀਨ ਖਿਲਾਰ ਛੱਡਿਆ ਤੇ ਵੱਖ-ਵੱਖ ਥਾਵਾਂ ਤੇ ਉਸ ਨੂੰ ਚੰਗਿਆੜੀ ਲਾਈ ਜਾ ਰਹੀ ਹੈ। ਮਣੀਪੁਰ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਹਰਿਆਣੇ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਉਹਨਾਂ ਦਾ ਜ਼ਿਕਰ ਕੀਤਾ ਤੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਗੱਲ ਵੀ ਕਹੀ ਕਿ ਜਿਹੜਾ ਮੋਦੀ ਹੈ ਉਹਦਾ ਹੰਕਾਰ ਇੰਨਾ ਜ਼ਿਆਦਾ ਹੈ ਕਿ ਉਸ ਦੀ ਉਹਨਾਂ ਨੇ ਰਾਵਣ ਨਾਲ ਤੁਲਨਾ ਕੀਤੀ ਤੇ ਤੁਲਨਾ ਕਰਦਿਆਂ ਉਹਨਾਂ ਇਹ ਕਿਹਾ ਕਿ ਉਸ ਦੇ ਨਾਲ ਜਿਹੜੇ ਜਿਨ੍ਹਾਂ ਦੀ ਗੱਲ ਸੁਣਦੇ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਉਹ ਨੇ ਕੁੰਭਕਰਨ ਤੇ ਮੇਘਨਾਥ, ਤੇ ਉਹਦੇ ਲਈ ਉਹਨਾਂ ਨੇ ਅਮਿਤ ਸ਼ਾਹ ਤੇ ਅਡਾਨੀ ਦਾ ਨਾਂ ਲਿਆ ਉਸ ਸੰਬੰਧ ਦੇ ਵਿੱਚ। ਤੇ ਉਹਨਾਂ ਕਿਹਾ ਕਿ ਜਿਹੜੀ ਲੰਕਾ ਸੜੀ ਸੀ ਉਹ ਰਾਵਣ ਦੇ ਹੰਕਾਰ ਕਰਕੇ ਸੜੀ ਸੀ, ਨਾ ਕਿ ਉਸ ਨੂੰ ਹਨੂਮਾਨ ਨੇ ਸਾੜਿਆ ਸੀ। ਸੋ ਇਸ ਕਰਕੇ ਜਿਹੜੀ ਇਹ ਸਾਰੀ ਸਥਿਤੀ ਹੈ ਉਸ ਨੂੰ ਜਿਸ ਢੰਗ ਨਾਲ ਉਹਨਾਂ ਨੇ ਤਸ਼ਬੀਹ ਦੇ ਕੇ ਇਹ ਸਾਰੇ ਨੂੰ ਬਿਆਨ ਕੀਤਾ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੇ ਹਾਕਮ ਧਿਰ ਦੇ ਅੰਦਰ ਬੜੀ ਬੁਖਲਾਹਟ ਸੀ। ਤੇ ਕਿਉਂਕਿ ਇਹ ਸਾਰਾ ਬੇਭਰੋਸਗੀ ਦਾ ਮਤਾ ਲਿਆਉਣ ਦਾ ਕਾਰਨ ਮੁੱਖ ਤੌਰ ਤੇ ਇਹ ਸੀ ਕਿ ਵਿਰੋਧੀ ਧਿਰ ਇੰਡੀਆ ਜਿਹੜਾ ਗੱਠਜੋੜ ਹੈ ਉਹ ਬਾਰ-ਬਾਰ ਇਹ ਮੰਗ ਕਰ ਰਿਹਾ ਸੀ ਕਿ ਪ੍ਰਧਾਨ ਮੰਤਰੀ, ਕਿਉਂਕਿ ਲੋਕ ਸਭਾ ਦੇ ਨੇਤਾ ਨੇ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਸਭਾ 'ਚ ਆਣ ਕੇ ਮਣੀਪੁਰ ਦੇ ਉੱਪਰ ਬਿਆਨ ਦੇਣ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਨਹੀਂ ਆ ਰਹੇ ਤਾਂ ਉਹਨਾਂ ਨੇ ਇਹ ਢੰਗ ਅਪਣਾਇਆ ਕਿ ਬੇਭਰੋਸਗੀ ਦਾ ਮਤਾ ਜਿਹੜਾ ਉਹ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਲਿਆਂਦਾ ਜਾਵੇ, ਫਿਰ ਪ੍ਰਧਾਨ ਮੰਤਰੀ ਨੂੰ ਮਜਬੂਰ ਹੋ ਕੇ ਉੱਥੇ ਆਉਣਾ ਵੀ ਪਏਗਾ। ਤੇ ਉਹਨਾਂ ਨੇ ਜਦੋਂ ਗੌਰਵ ਗੰਗੋਈ ਨੇ ਇਹ ਮਤਾ ਵੀ ਰੱਖਿਆ ਬੇਭਰੋਸਗੀ ਦਾ, ਤਾਂ ਉਹਨੇ ਉਸ ਮਤੇ ਦੇ ਸ਼ੁਰੂ ਵਿੱਚ ਇਹ ਗੱਲ ਕਹੀ ਕਿ ਇਹ ਸਾਡਾ ਮਤਾ ਲਿਆਉਣ ਦਾ ਜਿਹੜਾ ਮਕਸਦ ਹੈ, ਸਾਨੂੰ ਪਤਾ ਹੈ ਕਿ ਸਾਡਾ ਮਤਾ ਜਿਹੜਾ ਹੈ ਹਾਰ ਜਾਣਾ, ਡਿੱਗ ਜਾਣਾ, ਸਾਡੇ ਕੋਲ ਉਨੀ ਗਿਣਤੀ ਨਹੀਂ ਹੈ, ਪਰ ਸਾਡਾ ਇਹ ਲਿਆਉਣ ਦਾ ਮਕਸਦ ਸਿਰਫ ਇੱਕੋ ਇੱਕ ਹੈ ਕਿ ਪ੍ਰਧਾਨ ਮੰਤਰੀ ਨੂੰ ਲੋਕ ਸਭਾ 'ਚ ਆਉਣ ਲਈ ਮਜਬੂਰ ਕੀਤਾ ਜਾਵੇ। ਤੇ ਪ੍ਰਧਾਨ ਮੰਤਰੀ ਜਿਹੜੇ ਹੈ ਉਹ ਲੋਕ ਸਭਾ 'ਚ 10 ਅਗਸਤ ਦੇ ਦਿਨ ਆਏ ਵੀ ਤੇ 2 ਘੰਟੇ ਤੇ 13 ਮਿੰਟ ਬੋਲੇ, ਪਰ ਉਹਨਾਂ ਨੇ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਿਨ੍ਹਾਂ ਸਵਾਲਾਂ ਦੀ ਗੱਲ ਮਤੇ ਦੇ ਵਿੱਚ ਕਹੀ ਗਈ ਸੀ। ਤੇ ਆਖਰ ਪੌਣੇ 2 ਘੰਟੇ ਜਦੋਂ ਪ੍ਰਧਾਨ ਮੰਤਰੀ ਬੋਲ ਹਟੇ ਤਾਂ ਉਸ ਤੋਂ ਬਾਅਦ ਵਿਰੋਧੀ ਧਿਰ ਜਿਹੜੀ ਸੀਗੀ ਉਹ ਸਾਰੇ ਉੱਠ ਕੇ ਬਾਹਰ ਚਲੇ ਗਏ, ਵਾਕਆਊਟ ਕਰ ਗਏ। ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੁਝ ਸ਼ਬਦ ਜਿਹੜੇ ਆ ਮਣੀਪੁਰ ਬਾਰੇ ਕਹੇ ਕਿ ਸਾਰਾ ਦੇਸ਼ ਮਣੀਪੁਰ ਦੇ ਲੋਕਾਂ ਦੇ ਨਾਲ ਹੈ, ਉੱਥੇ ਸ਼ਾਂਤੀ ਮੁੜ ਸਥਾਪਿਤ ਹੋਏਗੀ, ਵਿਕਾਸ ਦੇ ਰਾਹ ਤੇ ਪਏਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਬਾਅਦ 'ਚ ਕੀਤੀਆਂ, ਪਰ ਪਹਿਲਾਂ ਤਾਂ ਉਹਨਾਂ ਨੇ ਸਾਰੇ ਜਿਹੜੇ 2 ਘੰਟੇ ਸੀ
ਇੱਧਰ ਉੱਧਰ ਜਾਂ ਇਸ ਗੱਲ ਦੇ ਉੱਤੇ ਕਿ ਅਧੀਰ ਚੌਧਰੀ ਨੂੰ ਕਿਉਂ ਨਹੀਂ ਬੁਲਾਇਆ ਗਿਆ ਕਾਂਗਰਸ ਦੇ ਵੱਲੋਂ, ਇਹ ਸਾਰੀ ਜਿਹੜੀ ਸਥਿਤੀ ਆ ਉਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਇਹ ਦੋ ਜਿਹੜੀਆਂ ਧਿਰਾਂ ਇਸ ਵੇਲੇ ਖਾਸ ਕਰਕੇ ਹਿੰਦੁਸਤਾਨ 'ਚ ਅਸੀਂ ਦੇਖੀਏ ਤਾਂ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਹੈ ਕੌਮੀ ਪੱਧਰ ਤੇ ਉਹ ਦੋ ਧਰਾਵੀ ਹੋ ਗਈ ਹੈ, ਔਰ ਉਹ ਦੋ ਧਿਰਾਂ ਦੇ ਵਿਚਾਲੇ ਕਿਸ ਤਰ੍ਹਾਂ ਦੀ ਜਿਹੜੀ ਸਾਰੀ ਲੜਾਈ ਹੈ ਉਹ ਚੱਲ ਰਹੀ ਹੈ ਔਰ ਇਸ ਦਾ ਕੀ ਅਸਰ ਪੈਣ ਵਾਲਾ ਹੈ, ਇਸ ਸਾਰੀ ਸਥਿਤੀ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਇਹਨਾਂ ਸਾਰੀਆਂ ਘਟਨਾਵਾਂ ਤੇ ਬੜੀ ਨੇੜਿਓਂ ਨਜ਼ਰ ਰੱਖ ਰਹੇ ਹੈ ਔਰ ਉਹਨਾਂ ਨੇ ਬਕਾਇਦਾ ਜਿਹੜੇ ਰਾਹੁਲ ਗਾਂਧੀ ਦਾ ਭਾਸ਼ਣ, ਨਰਿੰਦਰ ਮੋਦੀ ਉਹਨਾਂ ਪ੍ਰਧਾਨ ਮੰਤਰੀ ਦਾ ਭਾਸ਼ਣ ਔਰ ਬਕਾਇਦਾ ਹੋਮ ਮਿਨਿਸਟਰ ਨੇ ਜੋ 2 ਘੰਟੇ ਕੱਲ ਮਣੀਪੁਰ ਦੇ ਉੱਤੇ ਲਾਏ ਵੱਖ-ਵੱਖ ਉਹਨਾਂ ਨੇ ਆਪਣਾ ਪੱਖ ਜਿਹੜਾ ਸਪਸ਼ਟ ਕਰਨ ਦੇ ਲਈ, ਤੇ ਅੱਜ ਨਰਿੰਦਰ ਮੋਦੀ ਉਹਨਾਂ ਵੀ ਉਸ ਦਾ ਹੀ ਹਵਾਲਾ ਦਿੱਤਾ। ਤੇ ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਬੜਾ ਲੰਬਾ ਸਮਾਂ ਲਗਭਗ 40 ਸਾਲ ਤੋਂ ਵੱਧ ਸਮਾਂ ਜਿਹੜੀ ਹੈ ਪੋਲਿਟਿਕਸ ਨੂੰ, ਕੌਮੀ ਪੋਲਿਟਿਕਸ ਨੂੰ ਤੇ ਖੇਤਰੀ ਪੋਲਿਟਿਕਸ ਨੂੰ ਰਿਪੋਰਟ ਵੀ ਕੀਤਾ ਤੇ ਸਪੈਸ਼ਲ ਕੋਰਸਪੋਂਡੈਂਟ ਦੇ ਤੌਰ ਤੇ UNI ਦੇ ਉਹ ਇਸ ਸਾਰੇ ਦੇ ਐਨਾਲਾਈਜ਼ ਵੀ ਇਸ ਨੂੰ ਕਰਦੇ ਰਹੇ ਆ ਸ਼ੁਰੂ ਤੋਂ ਹੀ, ਤੇ ਹੁਣ ਜੋ ਕੁਝ ਦੇਸ਼ 'ਚ ਵਾਪਰਿਆ ਉਹਦੇ ਤੇ ਵੀ ਉਹ ਬੜੀ ਨੇੜਿਓਂ ਨਜ਼ਰ ਰੱਖ ਰਹੇ ਆ। ਤਾਂ ਉਹਨਾਂ ਦੀ ਇਹਦੇ ਬਾਰੇ ਕੀ ਰਾਏ ਆ ਉਹਨਾਂ ਤੋਂ ਵੀ ਜਾਣਾਂਗੇ। ਚਾਨਾ ਜੀ ਤੇ ਸਿੱਧੂ ਸਾਹਿਬ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ ਜੰਡੂ ਸਾਹਿਬ। ਇਹ ਜਿਸ ਤਰ੍ਹਾਂ ਮੈਂ ਸ਼ੁਰੂ ਕੀਤੀ ਹੈ ਗੱਲ ਚਾਨਾ ਜੀ, ਸਿੱਧੂ ਸਾਹਿਬ, ਤੇ ਮੈਂ ਚਾਨਾ ਜੀ ਤੁਹਾਡੇ ਤੋਂ ਸ਼ੁਰੂ ਕਰਾਂਗਾ। ਚਾਨਾ ਜੀ, ਕਿਸ ਤਰ੍ਹਾਂ ਇਹ ਲੱਗ ਰਿਹਾ ਜਿਸ ਤਰ੍ਹਾਂ ਤੁਸੀਂ ਇਹ ਦੋਨੋਂ ਧਿਰਾਂ ਜਿਹੜੀਆਂ ਮੁੱਖ ਤੌਰ ਤੇ ਇਸ ਵੇਲੇ ਦੇਸ਼ ਦੇ ਵਿੱਚ ਰਾਜਸੀ ਜਿਹੜੀ ਲੜਾਈ ਚੱਲ ਰਹੀ ਹੈ ਔਰ 2024 ਦੇ ਵੱਲ ਨੂੰ ਸਾਰਾ ਜਿਹੜਾ ਸਿੱਧਤ ਹੈਗਾ, ਸਾਰੀ ਰਾਜਸੀ ਲੜਾਈ ਜਿਹੜੀ ਹੈ, ਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਜੋ ਕੁਝ ਜਵਾਬ ਦਿੱਤੇ ਆ ਉਹਦੇ ਤੇ ਵਿਰੋਧੀ ਧਿਰ ਉਹਦੇ ਤੋਂ ਸੈਟੀਸਫਾਈ ਨਹੀਂ ਸੀ ਤਾਂ ਉਹ ਉੱਠ ਕੇ ਬਾਹਰ ਚਲੇ ਗਏ। ਇਹ ਸਾਰੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਤੁਹਾਡਾ ਕੀ ਰਾਏ ਹੈ ਇਹਦੇ ਬਾਰੇ? ਜੰਡੂ ਸਾਹਿਬ, ਜਿੱਥੋਂ ਤੱਕ ਇਹ ਸੈਸ਼ਨ ਅਸੀਂ ਦੇਖਦੇ ਹਾਂ, ਇੰਝ ਲੱਗਦਾ ਕਿ ਸੰਸਦ ਦੇ ਇਤਿਹਾਸ ਦਾ ਇਹ ਬਹੁਤ ਹੀ ਇੱਕ ਖਾਸ ਕਿਸਮ ਦਾ ਹੈ ਜਿਹਨੂੰ ਕੋਟ ਕੀਤਾ ਜਾਂਦਾ ਰਿਹਾ ਕਰੇਗਾ ਅੱਗੇ ਆਉਣ ਵਾਲੇ, ਕਿ ਇਹ ਅਜਲਾਸ ਕਿਹੋ ਜਿਹਾ ਸੀ। ਔਰ ਇਹ ਵਿਚਾਰ ਵਟਾਂਦਰੇ ਦੇ ਮਿਆਰ ਦੇ ਪੱਖੋਂ ਵੀ ਤੇ ਜਿਹੜਾ ਇਸ਼ੂ ਸੀ ਉਸ ਪੱਖੋਂ ਵੀ, ਜਿਸ ਤਰ੍ਹਾਂ ਦੀਆਂ ਐਕਸਪੈਕਟੇਸ਼ਨ ਸੀ ਲੋਕਾਂ ਦੀਆਂ ਉਸ ਪੱਖੋਂ ਵੀ, ਇਹ ਜਿਸ ਤਰ੍ਹਾਂ ਸਾਬਤ ਹੋਇਆ ਉਹ ਇਹ ਕਹਿੰਦਾ ਆ ਕਿ ਸ਼ੁਰੂ 'ਚ ਇਹ ਲੱਗਦਾ ਸੀ ਕਿ ਸ਼ਾਇਦ ਆਪੋਜੀਸ਼ਨ ਨੇ ਮੰਗ ਕਰਕੇ ਜਾਂ ਮਤਾ ਰੱਖ ਕੇ ਸ਼ਾਇਦ ਇਹ ਇੱਕ ਪਲੇਟਫਾਰਮ ਦੇ ਦਿੱਤਾ ਹੈ ਪ੍ਰਧਾਨ ਮੰਤਰੀ ਨੂੰ ਆਪਣਾ ਪ੍ਰਭਾਵ ਵਧੇਰੇ ਪੇਸ਼ ਕਰਨ ਦੇ ਲਈ, ਕਿਉਂਕਿ ਉਹ ਜਿਸ ਤਰ੍ਹਾਂ ਦੇ ਔਰੇਟਰ ਨੇ ਤਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਕਿ ਸ਼ੰਕੇ ਪ੍ਰਗਟ ਕੀਤੇ ਜਾਂਦੇ ਸੀਗੇ ਕਿ ਵੀ ਉਹ ਇਸ਼ੂ ਨੂੰ ਛੱਡ ਕੇ ਉਹਨਾਂ ਨੇ ਉਲਟੇ ਇਲਜ਼ਾਮ ਤਰਾਸ਼ੀ ਵਾਲਾ ਜਿਹੜਾ ਰਾਹ ਫੜਨਗੇ ਜਾਂ ਉਹਨਾਂ ਦੇ ਖਿਲਾਫ ਜਾਣ ਵਾਲੇ ਪੁਆਇੰਟ ਹੀ ਲੈਣਗੇ, ਲੇਕਿਨ ਇੱਕਦਮ ਉਲਟਾ ਸਾਬਤ ਹੋਇਆ। ਬੜੇ ਆਰਾਮ ਨਾਲ ਇਹ ਗੱਲ ਕਹੀ ਜਾ ਸਕਦੀ ਆ ਕਿ ਜਿਹੜਾ ਟਾਰਗੇਟ ਲੈ ਕੇ ਆਪੋਜੀਸ਼ਨ ਨੇ ਇਹ ਮਤਾ ਲਿਆਂਦਾ ਸੀ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਹੋਏ ਆ। ਉਹ ਆਪਣਾ ਪੁਆਇੰਟ ਆਫ ਜਿਹੜਾ ਆਪਣਾ ਪੁਆਇੰਟ ਸੀਗਾ, ਆਪਣਾ ਨਜ਼ਰੀਆ ਸੀ ਜਾਂ ਆਪਣੀ ਰਾਜਨੀਤੀ ਸੀ, ਉਹਨੂੰ ਨਿਖਾਰਨ ਦੇ ਵਿੱਚ ਵੀ ਪੂਰੀ ਤਰ੍ਹਾਂ ਸਫਲ ਹੋਏ। ਜਦੋਂ ਕਿ ਇਹਦੇ ਬਿਲਕੁਲ ਉਲਟ ਪ੍ਰਧਾਨ ਮੰਤਰੀ ਖੁਦ ਤੇ ਸਰਕਾਰ ਦੇ ਦੂਜੇ ਮੰਤਰੀ ਵੀ ਆ, ਉਹਨਾਂ ਨੂੰ ਸਾਰਾ ਇਨ ਟੋਟੈਲਿਟੀ ਜਦੋਂ ਆਪਾਂ ਇਕੱਠਾ ਕਰਕੇ ਦੇਖਦੇ ਹਾਂ ਤਾਂ ਉਹ ਇਹ ਲੱਗਦਾ ਕਿ ਉਹ ਆਪੋਜੀਸ਼ਨ ਦੇ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ, ਨਾ ਉਹਨਾਂ ਸਵਾਲਾਂ ਦਾ ਹੀ ਜਵਾਬ ਦੇ ਸਕੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸਨ। ਔਰ ਉਹ ਪ੍ਰਤੀਨਿਧ ਲੋਕਾਂ ਦੇ ਪ੍ਰਤੀਨਿਧ ਬਣ ਕੇ ਸਾਹਮਣੇ ਆਏ ਆਪੋਜੀਸ਼ਨ, ਔਰ ਜਿਸ ਤਰ੍ਹਾਂ ਦੀ ਉਮੀਦ ਸੀ ਉਹ ਬਿਲਕੁਲ ਵੀ ਪੂਰੀ ਨਹੀਂ ਹੋਈ। ਪ੍ਰਧਾਨ ਮੰਤਰੀ ਦੇ ਵਕਤ ਕੋਈ ਐਸੀ ਗੱਲ ਨਹੀਂ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਵੀਂ ਕਹੀ ਹੋਵੇ ਜਵਾਬ ਦਿੰਦਿਆਂ ਹੋਇਆਂ, ਸਗੋਂ ਉਲਟਾ ਇਹ ਹੋਇਆ ਕਿ ਉਹਨਾਂ ਦੇ ਕੁਝ ਐਸੀਆਂ ਚੀਜ਼ਾਂ ਸਾਹਮਣੇ ਆ ਗਈਆਂ ਜਿਹੜੀਆਂ ਲੋਕਾਂ ਨੂੰ ਇਹ ਆ ਕਿ ਵੀ ਇਹ ਰਹਿ ਨਹੀਂ ਸਕਦੇ, ਕੋਈ ਨਾ ਕੋਈ ਵਿੱਚ ਝੂਠ, ਜਿਸ ਤਰ੍ਹਾਂ
ਆਪਣੇ ਗ੍ਰਹਿ ਮੰਤਰੀ ਸਾਹਿਬ ਨੇ ਕਹਿੰਦਿਆਂ ਇੱਕ ਐਸਾ ਜਾਣੀ ਤੁੱਕ ਮਾਰ ਦਿੱਤਾ ਵਿੱਚ, ਉਹ ਨਾਲ ਹੀ ਜਾਣੀ ਝੂਠਾ ਸਾਬਤ ਹੋ ਗਿਆ। ਸੋ ਇਸ ਕਰਕੇ ਇਹ ਹੈ ਕਿ ਵੀ ਜਿਹੜਾ ਇਸ਼ੂ ਸੀ, ਜਿਸ ਇਸ਼ੂ ਤੋਂ ਲੋਕ ਤਰਾਹ ਕਰਦੇ ਸੀ, ਉਹਦੇ ਉੱਤੇ ਨਿੱਠ ਕੇ ਗੱਲ ਹੋਵੇਗੀ, ਉਹਦੇ ਤੇ ਗੱਲ ਹੀ ਪ੍ਰਧਾਨ ਮੰਤਰੀ ਨੇ 2 ਘੰਟੇ ਬੋਲਦੇ ਰਹੇ ਤੇ ਉਹਨਾਂ ਨੇ ਜਾਣੀ ਮਣੀਪੁਰ ਦੇ ਇਸ਼ੂ ਦੇ ਉੱਤੇ ਵੱਲ ਨੂੰ ਧਿਆਨ ਹੀ ਨਹੀਂ ਲਿਆਂਦਾ। ਮੈਨੂੰ ਇਹ ਲੱਗਦਾ ਹੈ ਕਿ ਜੇ ਆਪੋਜੀਸ਼ਨ ਵਾਕਆਊਟ ਨਾ ਕਰਦੀ ਤਾਂ ਜਿਹੜਾ ਅਸਲ ਮੁੱਦਾ ਸੀ, ਜਿਹਦੇ ਕਰਕੇ ਬੇਪਰਤੀਤੀ ਮਤਾ ਲਿਆਂਦਾ ਗਿਆ, ਉਹ ਸ਼ਾਇਦ ਇੱਕ ਸੈਂਟੈਂਸ ਬਹਿਣ ਤੋਂ ਪਹਿਲਾਂ ਇੱਕ ਸੈਂਟੈਂਸ ਦੇ ਵਿੱਚ ਮੁਕਾ ਦਿੰਦੇ। ਯਾਨੀ ਉਹ ਫਿਰ ਮਜਬੂਰੀ ਹੋ ਗਈ ਕਿ ਕੋਈ ਨਾ ਕੋਈ ਗੱਲ ਜ਼ਰੂਰ ਕਰਨ। ਉਹ ਕਿਹੜੀ ਗੱਲ ਕੀਤੀ? ਉਹੀ ਗੱਲ ਕੀਤੀ ਜਿਹੜੀ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਪ੍ਰਧਾਨ ਮੰਤਰੀ ਨੇ ਕੀਤੀ ਕਿ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਬਖਸ਼ਿਆ ਨਹੀਂ ਜਾਏਗਾ ਇਸ ਤੋਂ ਵੱਧ। ਔਰ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ, ਉਹ ਅਸੀਂ ਅੱਗੇ ਜਾ ਕੇ ਲਵਾਂਗੇ। ਕੋਈ ਐਸੀਆਂ ਗੱਲਾਂ ਸਾਹਮਣੇ ਆਈਆਂ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਪੱਖ ਤੋਂ, ਜਿਹੜੀਆਂ ਕਈ ਸ਼ੰਕੇ ਔਰ ਕਈ ਤਰ੍ਹਾਂ ਦੇ ਨਵੇਂ ਹੋਰ ਪੱਤਰੇ ਜਿਹੜੇ ਨਾ ਉਹ ਸਾਡੇ ਸਾਹਮਣੇ ਖੋਲਦੇ ਆ। ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈਗਾ, ਤੇ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਜਿਹੜੇ ਜਵਾਬ ਦੇਣੇ ਸੀ, ਉਹਨਾਂ ਨੇ ਜਵਾਬ ਦੇਣ ਦੀ ਥਾਂ ਤੇ ਹੋਰ ਜਿਹੜੇ ਮੁੱਦੇ ਸੀਗੇ ਉਹਨਾਂ ਨੂੰ ਜਾਂ ਆਪਣੀਆਂ ਉਹਨਾਂ ਨੇ ਪ੍ਰਾਪਤੀਆਂ ਦੀ ਗੱਲ ਕੀਤੀ ਹੈ, ਜਾਂ ਉਹਨਾਂ ਨੇ ਜੋ ਇਤਿਹਾਸ ਚੋਂ ਲੈ ਕੇ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਆ ਕਿ ਆਪਣੀ ਜੋ ਕੁਝ ਹੋ ਰਿਹਾ ਉਹਨੂੰ ਠੀਕ ਠਹਿਰਾਉਣ ਦੇ ਲਈ ਉਹ ਸਾਰਾ ਦੋਸ਼ ਕਾਂਗਰਸ ਦੇ ਮੜ੍ਹਦੇ ਆ। ਪਰਿਵਾਰਵਾਦ ਦੀ ਗੱਲ ਕਰਦੇ ਆ, ਦਰਬਾਰਵਾਦ ਦੀ ਗੱਲ ਕਰਦੇ ਆ, ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ। ਉਹ ਸਾਰਾ ਕੁਝ ਕਿ ਜੋ ਕੁਝ ਉਹਨਾਂ ਦਾ ਗੱਠਜੋੜ ਬਣਿਆ ਉਹਨੂੰ ਘਮੰਡੀਆ ਗੱਠਜੋੜ ਤੱਕ ਕਹਿੰਦੇ ਆ ਕਿ ਇਹ ਤਾਂ ਸਿਰਫ ਸੱਤਾ ਦੇ ਭੁੱਖੇ ਆ, ਇਸ ਕਰਕੇ ਇਕੱਠੇ ਹੋਏ। ਤੇ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜਾ ਉਮੀਦ ਸੀ ਵੀ ਜਿਸ ਤਰੀਕੇ ਦਾ ਰੂਲਿੰਗ ਕਲਾਸ ਹੈ ਜਾਂ ਪ੍ਰਾਈਮ ਮਿਨਿਸਟਰ ਜਵਾਬ ਦੇਵੇਗਾ, ਉਹ ਉੱਥੇ ਜਿਹੀ ਖੜਾ, ਉਹਨੇ ਟਾਲਣਾ ਸੀਗਾ, ਉਸ ਗੱਲ ਤੇ ਨਹੀਂ ਸੀ ਆਉਣਾ। ਜਿਹੜੇ ਇਸ਼ੂ ਤੇ ਨੋ ਕੌਨਫੀਡੈਂਸ ਮੋਸ਼ਨ ਆਇਆ ਉਹਨੂੰ ਟਾਲਣਾ ਸੀ। ਔਰ ਇਹ ਹੋਮ ਮਿਨਿਸਟਰ ਨੇ ਵੀ 2 ਘੰਟੇ ਤੇ 13 ਜਾਂ 17 ਮਿੰਟ ਦੀ ਟਾਕ ਦੇ ਵਿੱਚ ਉਹਨੇ ਵੀ ਇਸ ਗੱਲ ਨੂੰ ਪੂਰੀ ਤਰ੍ਹਾਂ ਇਗਨੋਰ ਹੀ ਕੀਤਾ ਵੀ ਕੋਈ ਗੱਲ ਹੀ ਨਹੀਂ ਲਿਆਂਦੀ ਇਹਦੇ ਨੇੜੇ, ਤੇ ਸਿਰਫ ਇਹ ਕਿਹਾ ਵੀ ਸਾਰਾ ਕੁਝ ਠੀਕ ਹੋ ਜਾਏਗਾ। ਜਿਹੜੀਆਂ ਇੱਕ ਟ੍ਰੈਡੀਸ਼ਨਲ ਜੀਆਂ ਨਹੀਂ, ਤਾਂ ਉਹਨਾਂ ਇੱਕ ਗੱਲ ਕਹੀ ਸੀ ਕਿ ਉੱਥੇ ਅਮਰ ਕਾਨੂੰਨ ਦੀ ਜਿਹੜੀ ਹੈ ਉਹ ਗੱਲ ਹੈਗੀ ਹੈ, ਉੱਥੇ ਅਮਨ ਕਾਨੂੰਨ ਠੀਕ ਨਹੀਂ ਹੈ। ਅਮਨ ਕਾਨੂੰਨ ਠੀਕ ਕਰਨ ਦੇ ਲਈ ਅਸੀਂ ਉੱਥੇ ਬਕਾਇਦਾ ਜਿਹੜਾ DGP ਸੀਗਾ ਉੱਥੇ ਨਵਾਂ ਭੇਜਤਾ, ਉੱਥੇ ਮੁੱਖ ਮੰਤਰੀ ਦੇ ਨਾਲ ਨਵਾਂ ਐਡਵਾਈਜ਼ਰ ਲਾ ਰਿਹਾ, ਤੇ ਮੁੱਖ ਮੰਤਰੀ ਨੂੰ ਅਸੀਂ ਇਸ ਕਰਕੇ ਬਰਖਾਸਤ ਨਹੀਂ ਕੀਤਾ ਕਿ ਮੁੱਖ ਮੰਤਰੀ ਸਾਨੂੰ ਕੋਆਪਰੇਟ ਕਰ ਰਿਹਾ। ਦੇਖੋ, ਸਾਰੀ ਜਿਹੜੀ ਸਵਾਲ ਤਾਂ ਇਹ ਹੈ ਵੀ ਉਹ ਮੁੱਖ ਮੰਤਰੀ ਦੇ ਰਾਹੀਂ ਹੀ ਜਾਂ ਉਹਦੇ ਮੋਢਿਆਂ ਤੇ ਹੀ ਆਪਣਾ ਜਿਹੜਾ ਹਿੰਦੂਤਵ ਦੀ ਪੋਲਿਟਿਕਸ ਹੈ ਉਹ ਉੱਥੇ ਸ਼ੁਰੂ ਕੀਤੀ ਹੈ, ਸਮਾਜ ਨੂੰ ਵੰਡਣ ਦੀ, ਸਮਾਜ ਨੂੰ ਲੜਾਉਣ ਦੀ, ਜਾਂ ਜਿਹੜਾ ਮੈਜੋਰਿਟੇਰੀਅਨਿਜ਼ਮ ਦਾ ਭਾਵਨਾ ਸਾਰੇ ਦੇਸ਼ ਜਾਂ ਉਹਦੇ ਆਲੇ ਦੁਆਲੇ ਖੜਾ ਕਰਨ ਦੀ, ਉਸ ਪੋਲਿਟਿਕਸ ਦੇ ਵਿੱਚ ਜਿਹੜਾ ਇਹ ਵਰਿੰਦਰ ਸਿੰਘ ਚੀਫ ਮਿਨਿਸਟਰ ਹੈ ਪੂਰੀ ਮਦਦ ਕਰਦਾ, ਇਹਨੂੰ ਉਹ ਪੂਰਾ ਪ੍ਰੋਟੈਕਟ ਕਰ ਰਹੇ ਆ। ਬਾਕੀ ਗੱਲਾਂ ਤਾਂ ਸਾਰੀਆਂ ਇਹਨੇ ਦੱਸਣ ਦਾ ਮਤਲਬ, ਉਹਦਾ ਕਹਿਣ ਦਾ ਮਤਲਬ ਇਹ ਹੈ ਵੀ ਸਾਡੀ ਉਹ ਪੋਲਿਟਿਕਸ ਜਿਹੜੀ ਅਸੀਂ ਉੱਥੇ ਜਿਹਦੇ ਥੱਲੇ 3 ਮਹੀਨੇ ਤੋਂ ਵਾਇਲੈਂਸ ਹੋ ਰਿਹਾ, 150 ਬੰਦਾ ਮਾਰਿਆ ਚੁੱਕਾ ਤੇ ਲੱਖਾਂ ਬੰਦੇ ਘਰੋਂ ਬੇਘਰ ਹੋ ਚੁੱਕੇ, ਸਾਰਾ ਕੁਝ ਤੇ ਸਾਨੂੰ ਕੋਈ ਗੱਲ ਨਹੀਂ। ਅਸੀਂ ਉਸ ਪੋਲਿਟਿਕਸ ਦਾ ਜਿਹੜਾ ਸਾਡਾ ਥੰਮ ਹੈ ਉਹਨੂੰ ਅਸੀਂ ਕਾਇਮ ਰੱਖਾਂਗੇ। ਅਸੀਂ ਪੋਲਿਟਿਕਸ ਆਪਣੀ ਉੱਥੇ ਕਾਇਮ ਰੱਖਣੀ ਹੈ। ਤਾਂ ਠੀਕ ਹੈ, ਇਹ ਪੋਲਿਟਿਕਸ ਆਪਦੀ ਕਾਇਮ ਰੱਖਣਗੇ ਕਿਉਂਕਿ ਇਹਨਾਂ ਨੂੰ ਇਸੇ ਪੋਲਿਟਿਕਸ ਨੇ ਲਿਆਂਦਾ। ਬੇਸ਼ੱਕ ਕਾਂਗਰਸ ਬਾਰੇ ਅਸੀਂ ਜੇ ਥੋੜਾ ਜਿਹਾ ਜਿੰਨਾ ਕੁਝ ਉਹਨਾਂ ਨੇ ਕਿਹਾ ਤਾਂ ਅਸੀਂ ਪੋਲੀਟੀਕਲ ਮੁਹਾਵਰੇ ਵਿੱਚ ਅਸੀਂ ਉਹਦਾ ਨੂੰ ਪੁੱਟ ਕਰੀਏ ਤਾਂ ਉਹਨਾਂ ਦਾ ਸੌਫਟ ਹਿੰਦੂਤਵਾ ਸੀ ਔਰ ਮੌਕਾ ਪ੍ਰਸਤ ਹਿੰਦੂਤਵਾ ਸੀ। ਲੋੜ ਪੈਣ ਤੇ ਹਿੰਦੂਤਵਾ ਦੀ ਡੋਜ਼ ਬਹੁਤੀ ਦਿੱਤੀ, ਲੋੜ ਪੈਣ ਤੇ ਸੈਕੂਲਰਿਜ਼ਮ ਦੀ ਡੋਜ਼ ਲੈ ਆਏ। ਸਾਰਾ ਕੁਝ ਇਹ ਉਹਨਾਂ ਦਾ ਲਗਾਤਾਰ ਨਹਿਰੂ ਤੋਂ ਲੈ ਕੇ 17 ਸਾਲ ਨਹਿਰੂ ਨੇ ਰੂਲ ਕੀਤਾ ਤੇ ਇੰਨਾ ਕਿ ਸਮਾਂ ਇੰਦਰਾ ਗਾਂਧੀ ਨੇ ਕੀਤਾ, ਉਹ ਡੋਜ਼ ਰਹੀ ਹੈ ਸਾਰੀ ਇਸੇ ਕਿਸਮ ਦੀ। ਤੇ ਇਹ ਜੇ ਨਾ ਹੁੰਦਾ ਤਾਂ ਬਣੀ ਬਣਾਈ ਫਰਟਾਈਲ ਗਰਾਊਂਡ ਜਿਹੜੀ ਇਹਨਾਂ ਨੇ ਦੇਤੀ ਹਿੰਦੂ ਰਾਸ਼ਟਰਵਾਦੀਆਂ ਨੂੰ, ਉਹ ਮਿਲ ਗਈ ਹੈ ਸਾਰੀ, ਕੀਤੀ ਤਾਂ ਤਿਆਰ ਇਹਨਾਂ ਨੇ। ਪਰ ਹੁਣ ਬੜੀ ਵਧੀਆ ਗੱਲ ਹੈ, ਮੈਂ ਸਾਰੀ ਜਿਹੜੀ ਬਹਿਸ ਹੈ ਉਸਨੂੰ ਜਿੰਨੀ ਕੁ ਇਹ ਪਾਰਲੀਮੈਂਟ 'ਚ ਹੋਈ ਆ ਉਹਨੂੰ ਇਸ ਲੈਵਲ ਤੇ ਗਿਣਨਾ ਵੀ 2 ਧਰਾਵਾਂ ਪੋਲਿਟਿਕਸ ਦੀਆਂ ਬਣੀਆਂ। ਇੱਕ ਰਾਹੀਂ ਡੈਮੋਕ੍ਰੇਸੀ ਇੰਡੀਆ ਦਾ ਜਿਹੜਾ ਗਰੁੱਪ ਹੈ
ਜਿਹੜਾ ਆਪੋਜੀਸ਼ਨ ਦੇ ਸਾਰੇ ਬੰਦੇ ਇਕੱਠੇ ਹੋਏ ਆ, ਉਹਨਾਂ ਰਾਹੀਂ ਦੇਸ਼ ਦੀ ਡੈਮੋਕ੍ਰੇਸੀ ਬਚਣ ਦਾ ਸਕੋਪ ਸਾਨੂੰ ਦਿਖਾਈ ਦੇਣ ਲੱਗ ਗਿਆ। ਬਚ ਜਾਏਗੀ ਡੈਮੋਕ੍ਰੇਸੀ, ਕੰਟਰੀ ਬਚ ਜਾਏਗਾ, ਡਿਵਾਈਡ ਨਹੀਂ ਹੋਏਗਾ, ਸਿਵਲ ਵਾਰ ਨਹੀਂ ਹੋਣਗੇ, ਇੱਥੇ ਵਾਇਲੈਂਸ ਨੂੰ ਕੰਟਰੋਲ ਹੋ ਸਕਦਾ, ਲਾ ਐਂਡ ਆਰਡਰ ਦੇਸ਼ ਵਿੱਚ ਦੁਆਰਾ ਸਥਾਪਿਤ ਹੋ ਸਕਦਾ ਹੈ। ਸਾਰੀਆਂ ਗੱਲਾਂ ਦੀ ਜਿਹੜੀਆਂ ਸਿਲਵਰ ਲਾਈਨਿੰਗ ਹੈ ਜਿਹੜੀ ਬਣ ਗਈ ਹੈ। ਜਦੋਂ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਧੀਰ ਰੰਜਨ ਚੌਧਰੀ, ਉਹ ਬੋਲੇ, ਉਹਨਾਂ ਸਿਵਲ ਵਾਰ ਦਾ ਜ਼ਿਕਰ ਕੀਤਾ ਜੇ। ਹਾਂ ਕੀਤਾ। ਇਹ ਸਾਰਾ ਕੁਝ ਦਿਖਾਈ ਦਿੰਦਾ ਸੀ ਜਿਸ ਤਰੀਕੇ ਦਾ ਇਹ ਮਨੀਪੁਰ ਹੈ ਜਾਂ ਮਨੀਪੁਰ ਦਾ ਫਾਲ ਆਊਟ ਹੈ, ਜਿਹੜਾ ਉਹਦਾ ਰਿਜ਼ਲਟ ਨਿਕਲਣਾ ਹੈ, ਜਾਂ ਜਿਹੜੀ ਪੋਲਿਟਿਕਸ ਮਨੀਪੁਰ 'ਚ ਚੱਲ ਰਹੀ ਹੈ ਉਹਦਾ ਜਿਹੜਾ ਰਿਜ਼ਲਟ ਆ ਉਹ ਸਾਰੇ ਦੇਸ਼ 'ਚ ਇਹੀ ਹੋਣਾ ਸੀਗਾ। ਉਹਨੂੰ ਠੱਲ ਪੈ ਰਹੀ ਹੈ ਤੇ ਪੈ ਗਈ ਹੈ ਕਾਫੀ ਹੱਦ ਤੱਕ। ਤੇ ਬਾਕੀ ਇਹ ਗੱਲ ਜ਼ਰੂਰ ਹੈ ਵੀ ਨਾ ਹੋਮ ਮਿਨਿਸਟਰ ਕੁਝ ਕਹਿ ਸਕਿਆ, ਨਾ ਪ੍ਰਾਈਮ ਮਿਨਿਸਟਰ ਕੋਈ ਨਵੀਂ ਗੱਲ ਨਹੀਂ ਕਹਿ ਸਕਿਆ। ਸਾਰੀਆਂ ਕਸੀਆਂ ਪਿੱਟੀਆਂ, ਸਾਰਾ ਉਹੀ ਗੱਲਾਂ ਕਹੀਆਂ ਜਿਹੜਾ ਲੋਕਾਂ ਤੇ ਕੋਈ ਅਸਰ ਨਹੀਂ ਹੋਇਆ ਕਿਸੇ ਲੈਵਲ ਤੇ। ਸਿਰਫ ਇਹ ਆ ਵੀ ਅਸੀਂ ਉਸ ਮੁੱਦੇ ਦੀ ਗੱਲ ਨਹੀਂ ਕਰਨੀ, ਟਾਲ ਕੇ ਰੱਖਿਆ। ਅਸੀਂ 38 ਸੈਕਿੰਡ ਗੱਲ ਕੀਤੀ ਸੀ ਮਨੀਪੁਰ 'ਚ ਪਾਰਲੀਮੈਂਟ ਤੋਂ ਬਾਹਰ ਪ੍ਰਾਈਮ ਮਿਨਿਸਟਰ ਨੇ, ਤੇ ਹੁਣ ਵੀ ਉਨੀ ਉਹਨੂੰ ਥੋੜਾ ਜਿਹਾ ਵੱਧ ਕਰ ਦਿਓ, ਗੱਲ ਕਰ ਲਈ, ਇੰਨੀ ਕੁ ਅੰਦਰ ਕਰ ਲਈ ਹੈ, ਕੋਈ ਨਵੀਂ ਗੱਲ ਨਹੀਂ ਕੀਤੀ। ਤੇ ਪਰ ਇਹਦੇ ਨਾਲ ਜਿਹੜੀ ਡਿਸਕਸ਼ਨ 17 ਘੰਟੇ ਚੱਲੀ ਪਾਰਲੀਮੈਂਟ ਵਿੱਚ, ਰਿਕਾਰਡ ਹੋਈ ਆ ਸਾਰੀ ਗੱਲ, ਉਹਦੇ ਨਾਲ ਇੱਕ ਪੋਲੀਟੀਕਲ ਗੱਲਾਂ ਨਿਖਰੀਆਂ ਜਿਹੜੀਆਂ ਹੁਣੇ ਕਈਆਂ ਚਾਣਾ ਜੀ ਨੇ, ਇਹ ਬਿਲਕੁਲ ਠੀਕ ਹੈ, ਨਿਖਰੀ ਆ ਪੋਲਿਟਿਕਸ। ਦੋ ਧਰੂਵੀ ਪੋਲਿਟਿਕਸ ਹੈ ਜਿਹੜੀ ਉਹ ਬਿਲਕੁਲ ਕਲੀਅਰ ਕੱਟ ਹੋ ਰਹੀ ਹੈ। ਹੁਣ ਇਸ ਕਰਕੇ ਇਹਦੇ ਵਿੱਚ ਤਾਂ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਨੂੰ ਅਸੀਂ ਇੱਥੇ ਹੀ ਕਨਕਲੂਡ ਕਰ ਸਕਦੇ ਹਾਂ ਵੀ ਪੋਲਿਟਿਕਸ ਇਹਦੇ ਚੋਂ ਨਿਕਲ ਕੇ ਆ ਰਹੀ ਹੈ, ਪਰ ਇਹਦੇ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਇਹਦੇ ਇਸ ਪੋਲਿਟਿਕਸ ਨਾਲ ਜੁੜੀਆਂ, ਤੇ ਹਜੇ ਵੀ ਲੋਕਾਂ ਨੂੰ ਡਰ ਹੈ ਜਿਸ ਕਿਸਮ ਦਾ ਵਰਤਾਰਾ ਕੀਤਾ ਇਹਨਾਂ ਨੇ ਪਾਰਲੀਮੈਂਟ ਵਿੱਚ, ਵੀ ਕੋਈ ਨਾ ਕੋਈ ਤਰੀਕਾ ਇਹੋ ਜਿਹਾ ਕਰਨਗੇ, ਇਹ ਰੂਲਿੰਗ ਕਲਾਸ ਕਰੇਗੀ ਜਿਹਦੇ ਚ ਇਲੈਕਸ਼ਨ ਦੇ ਵਿੱਚ ਰਿਗਿੰਗ ਵੱਡੇ ਲੈਵਲ ਤੇ ਹੋਵੇ, ਕੋਈ ਇਸ ਲੈਵਲ ਤੇ ਹੋਵੇ, ਜਾਂ ਕੋਈ ਵਾਇਲੈਂਸ ਕੀਤਾ ਜਾਵੇ, ਜਾਂ ਕੋਈ ਕਾਨੂੰਨੀ ਤਬਦੀਲੀ ਕੀਤੀ ਜਾਵੇ ਜਿਹਦੇ ਨਾਲ ਇਹ ਬਣੇ ਰਹਿਣ। ਤੇ ਇਸ ਕਿਸਮ ਦਾ ਸਾਰਾ ਡਰ ਹੈ ਜਿਹੜਾ ਉਹ ਬਕਾਇਦਾ ਤੌਰ ਤੇ ਆਪੋਜੀਸ਼ਨ ਵੀ ਗਾਹੇ ਬਗਾਹੇ ਕਹਿ ਰਹੀ ਹੈ ਤੇ ਲੋਕਾਂ ਨੂੰ ਲੱਗ ਵੀ ਰਹੀ ਹੈ। ਤੇ ਇਸ ਕਰਕੇ ਇਸ ਸੈਸ਼ਨ ਨੂੰ ਇੱਥੇ ਹੀ ਨਿਬੇੜ ਸਕਦੇ ਆ ਵੀ ਪੋਲਿਟਿਕਸ ਬਿਲਕੁਲ ਨਿੱਤਰ ਰਹੀ ਹੈ ਤੇ ਉਹਦਾ ਨਿਖਾਰ ਹੋ ਰਿਹਾ। ਰਾਹੁਲ ਗਾਂਧੀ ਦੇ ਬਿਆਨ ਬਾਰੇ ਤੁਹਾਡਾ ਕੀ ਕਹਿਣਾ? ਰਾਹੁਲ ਗਾਂਧੀ ਨੇ ਜੋ ਕਹਿਣਾ ਸੀ ਉਹਨੇ ਮਤਲਬ ਕਿ ਮੋੜਵਾਂ ਜਵਾਬ ਹੀ ਦਿੱਤਾ ਇਹਨਾਂ ਨੂੰ, ਕਿ ਭਾਰਤ ਮਾਤਾ ਦੀ ਗੱਲ ਕਰਦੇ ਆ ਤੇ ਕਹਿਣ ਦੀ ਉਹਨੇ ਇਹੀ ਸਾਰਾ ਮੈਟਾਫੋਰਿਕਲੀ ਪੇਸ਼ ਕੀਤਾ ਵੀ ਅਸੀਂ ਭਾਰਤ ਮਾਤਾ ਨੂੰ ਨਹੀਂ ਦਾ ਨੁਕਸਾਨ ਨਹੀਂ ਕਰ ਰਹੇ, ਜਾਂ ਉਹਦੀ ਜੇ ਬੇਹੁਰਮਤੀ ਕਰ ਰਹੇ ਹੋ ਤਾਂ ਤੁਸੀਂ ਕਰ ਰਹੇ ਹੋ। ਤੇ ਇਹ ਸਾਰੇ ਜਿਹੜੇ ਮੈਟਾਫਰ ਉਹਨੇ ਸਾਰੇ ਮੁਹਾਵਰੇ ਯੂਜ਼ ਕੀਤੇ ਉਹਨੇ ਤਾਂ ਦੇਸ਼ ਧਰੋਹੀ ਵੀ ਕਿਹਾ ਨਾ, ਦੇਸ਼ ਧਰੋਹੀ ਤੇ ਦੇਸ਼ ਪ੍ਰੇਮ ਕਰਨ ਵਾਲੇ ਨਹੀਂ, ਤੁਸੀਂ ਦੇਸ਼ ਧਰੋਹੀ ਹੋ, ਉਹ ਸਾਰਾ ਕੁਝ ਇਹਨਾਂ ਨੂੰ ਕਿਹਾ, ਕਿਉਂਕਿ ਇਹੀ ਇਹਨਾਂ ਦੀ ਮੇਨ ਸਟੇ ਹੈ, ਇਹੀ ਇਹਨਾਂ ਦਾ ਪੋਲੀਟੀਕਲ ਆਈਡੀਓਲੋਜੀ ਹੈ, ਈਡੀਐਮ ਹੈ, ਜਿਹਦੇ ਉੱਤੇ ਇਹਨਾਂ ਨੇ ਹੁਣ ਤੱਕ ਰਾਜ ਕੀਤਾ ਵੀ ਅਸੀਂ ਦੇਸ਼ ਪ੍ਰੇਮੀ ਆ, ਸਾਡੀ ਭਾਰਤ ਮਾਤਾ ਨੂੰ ਬਚਾਉਣਾ। ਭਾਰਤ ਮਾਤਾ ਉੱਤੇ ਮੈਜੋਰਿਟੇਰੀਅਨਿਜ਼ਮ ਹੈ ਜਿਹੜਾ ਉਹ ਕਾਫੀ ਹੱਦ ਤੱਕ ਕਾਂਗਰਸ ਵੇਲੇ ਸੈਟਅਪ ਹੋ ਗਿਆ ਸੀਗਾ, ਤੇ ਉਸ ਮੈਜੋਰਿਟੇਰੀਅਨਿਜ਼ਮ ਨੂੰ ਹੁਣ ਇਹਨਾਂ ਨੇ ਹਿੰਦੂ ਰਾਸ਼ਟਰ ਵੱਲ ਨੂੰ ਵਧਾਉਣਾ ਹੈ। ਉਹਦੇ ਲਈ ਇਹ ਸਾਰਾ ਭਾਰਤ ਮਾਤਾ ਦੇ ਉੱਤੇ ਬਹੁਤ ਵੱਡਾ ਜ਼ੋਰ ਹੈ, ਜਿਹਨੂੰ ਉਸਨੇ ਇਨਡਾਇਰੈਕਟਲੀ ਰਾਹੁਲ ਗਾਂਧੀ ਨੇ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ। ਬਾਕੀ ਗੱਲ ਰਹੀ, ਉਹਨੇ ਹਰਿਆਣਾ ਦੀ ਗੱਲ ਵੀ ਕੀਤੀ ਵੀ ਹਰਿਆਣਾ 'ਚ ਤੁਸੀਂ ਵੱਧ ਰਹੇ ਇੱਧਰ ਨੂੰ ਆ ਰਹੇ ਹੋ। ਹਰਿਆਣਾ ਦੀ ਇੱਕ ਗੱਲ ਜ਼ਰੂਰ ਮੈਂ ਕਹੂੰਗਾ ਇੱਥੇ ਵੀ ਇੱਥੇ ਇੰਟਰਵਿਊ ਦਿੱਤੀ ਹੈ ਉੱਥੋਂ ਦੇ ਮੇਵਾਤ ਇਲਾਕੇ ਦੇ ਮੁਸਲਮਾਨ ਵਕੀਲ ਨੇ, ਜਿਹੜਾ ਹਾਈ ਕੋਰਟ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਹੈ। ਉਹਨੇ ਕਿਹਾ ਵੀ ਅਸੀਂ ਤਾਂ ਜਿਹੜੀ ਇੱਥੇ ਨਾਰਥ ਇੰਡੀਆ ਦੀ ਖਾਸ ਕਰਕੇ ਮਿਨੋਰਿਟੀ ਮੁਸਲਿਮ ਮਿਨੋਰਿਟੀ ਆ, ਅਸੀਂ ਤਾਂ ਆਸ ਛੱਡੀ ਬੈਠੇ ਆ। ਬਿਲਕੁਲ ਸਪਸ਼ਟ ਲੈਵਲ ਤੇ ਕਿਹਾ ਵੀ ਇਹ ਹੈ ਹੁਣ ਦੂਜੀਆਂ ਪਾਰਟੀਆਂ ਦੇਖਣ ਜੇ ਰੱਖਣਾ, ਸਾਨੂੰ ਤਾਂ ਸਾਡਾ ਜਿਉਣਾ ਤਾਂ ਸਾਨੂੰ ਲੱਗਦਾ ਵੀ ਅਸੀਂ ਕਿਸੇ ਦੀ ਮਰਜ਼ੀ ਤੇ ਹੈ। ਬਹੁਤ ਉਹਦੀ ਜਿਹੜੀ ਆ ਗੱਲ ਸੁਣਨ ਵਾਲੀ ਆ, ਉਹ ਮਹਿਸੂਸ ਕਰਦੇ ਕਿਸ ਕਿਸਮ ਦੇ ਵੀ ਨਾ ਇਲਾਕਾ ਛੱਡ ਸਕਦੇ ਆ, ਨਾ ਉੱਥੇ ਉਹ ਉਸ ਤਰੀਕੇ ਨਾਲ ਸਿਰ ਚੁੱਕ ਕੇ ਜਿਉ ਸਕਦੇ ਆ। ਜਿੱਥੇ ਹਜੇ ਮੈਜੋਰਿਟੀ ਹੋਵੇ ਉੱਥੇ ਦੰਗੇ ਕਰਾ ਦੇਣ। ਇੱਥੇ ਤਾਂ ਹੁਣ ਮਵਾਦ ਦੇ ਇਲਾਕੇ ਵਿੱਚ ਤਾਂ ਮੁਸਲਿਮ ਮੈਜੋਰਿਟੀ ਹੈ, ਉੱਥੇ ਵੀ ਇਹਨਾਂ ਨੇ ਆਪਣਾ ਸਾਰਾ ਕੁਝ ਮਸ਼ੀਨਰੀ ਦੀ ਵਰਤੋਂ ਕਰਕੇ ਹਰਿਆਣਾ ਗਵਰਨਮੈਂਟ ਨੇ ਕਰਾ ਦਿੱਤਾ। ਇਸ ਕਰਕੇ ਹਾਲਾਤ ਤਾਂ ਇਸ ਲੈਵਲ ਦੇ ਇੰਡੀਕੇਸ਼ਨ ਹੈ ਵੀ ਕਿੱਧਰ ਨੂੰ ਦੇਸ਼ ਜਾ ਰਿਹਾ, ਹਰਿਆਣਾ ਤੋਂ ਤੇ ਮਨੀਪੁਰ ਤੋਂ। ਤੇ ਬਾਕੀ ਜਿਹੜੀ ਇਹ ਆਪੋਜੀਸ਼ਨ ਇਕੱਠੀ ਹੋਈ ਹੈ, ਜਾਂ ਜਿਹੜਾ ਇਹ ਨੋ ਕੌਨਫੀਡੈਂਸ ਮੋਸ਼ਨ ਆਇਆ ਜਾਂ ਤੇ ਕਨਕਲੂਜਨ ਹੋਇਆ, ਇਹ ਪੋਲਿਟਿਕਸ ਨਿਖਰਨ ਦੇ ਵੱਲ ਹੀ ਹੋਇਆ ਹੈ।
ਇਹ ਚਾਹੁੰਦਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਪੋਲਿਟਿਕਸ ਨਿਖਰ ਕੇ ਸਾਹਮਣੇ ਆ ਰਹੀ ਹੈ ਹੁਣ, ਕਿ ਜਿਵੇਂ ਦੋ ਧਿਰਾਂ ਆਮੋ ਸਾਹਮਣੇ ਜਿਹੜੀਆਂ ਖੜੀਆਂ ਕਿ ਇਹ ਵਿਚਾਰਧਾਰਕ ਤੌਰ ਤੇ ਜਿਹੜੀ ਹੈ ਇੱਕ ਦੂਸਰੇ ਦੇ ਸਾਹਮਣੇ ਆ ਕੇ ਤੇ ਲੜਾਈ ਅੱਗੇ ਵੱਧ ਰਹੀ ਹੈ। ਔਰ ਉਸੇ ਹੀ ਦਿਸ਼ਾ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਵੀ ਉਸੇ ਦਿਸ਼ਾ 'ਚ ਹੀ ਵਧਿਆ। ਤੇ ਚਾਹੁੰਦਾ ਨਾਲ ਹੀ ਅਸੀਂ ਇਹ ਵੀ ਦੇਖੋ ਕਿ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਬੋਲ ਰਹੇ ਸੀਗੇ ਤਾਂ ਉਹਨਾਂ ਨੇ ਬਾਰ-ਬਾਰ ਜਦੋਂ ਇਹ ਗੱਲ ਕਹੀ ਕਿ ਕਾਂਗਰਸ ਦਾ ਤਾਮਿਲਨਾਡੂ 'ਚ ਵੀ ਨੋ ਕੌਨਫੀਡੈਂਸ ਹੈ ਲੋਕਾਂ ਦਾ, ਕੇਰਲਾ 'ਚ ਵੀ ਹੈ, ਉੜੀਸਾ 'ਚ ਵੀ ਹੈ, ਬੰਗਾਲ 'ਚ ਵੀ ਹੈ, ਬਿਹਾਰ 'ਚ ਵੀ ਹੈ, ਉੱਤਰ ਪ੍ਰਦੇਸ਼ 'ਚ ਵੀ ਹੈ। ਤਾਂ ਇਹ ਸਾਰਾ ਜੋ ਕੁਝ ਸੀ ਤਾਂ ਉੱਥੋਂ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਮੈਂਬਰ ਸੀਗੇ ਹਾਕਮ ਧਿਰ ਦੇ ਮੈਂਬਰ ਪਾਰਲੀਮੈਂਟ, ਉਹ ਬਕਾਇਦਾ ਉੱਥੇ ਨਾਲ ਉਹਨਾਂ ਦੇ ਸੁਰ ਨਾਲ ਸੁਰ ਮਿਲਾ ਰਹੇ ਸੀ ਤੇ ਏਦਾਂ ਲੱਗ ਰਿਹਾ ਸੀ ਜਿਵੇਂ ਕੋਈ ਉਹ ਚੋਣ ਰੈਲੀ ਹੋਵੇ, ਨਾ ਕਿ ਸੰਸਦ ਦੀ ਕੋਈ ਕਾਰਵਾਈ ਚੱਲ ਰਹੀ ਹੋਵੇ। ਏਜੰਟ ਸਾਹਿਬ, ਆਪਾਂ ਇਸ ਪੁਆਇੰਟ ਤੇ ਆਉਣ ਤੋਂ ਪਹਿਲਾਂ ਨਾ ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹੁੰਦਾ ਹਾਂ। ਜਦੋਂ ਜੀ, ਰਾਹੁਲ ਗਾਂਧੀ ਬੋਲਿਆ, ਕਿਉਂਕਿ ਅਸਲ ਦੇ ਵਿੱਚ ਗੱਲ ਇਹ ਆ ਕਿ ਵੀ ਦੋ ਇਸ ਦੇਸ਼ ਦੇ ਸਾਹਮਣੇ ਲੀਡਰਾਂ ਨੇ ਪੇਸ਼ ਹੋਣਾ ਸੀ ਇਹਦੇ ਵਿੱਚ, ਕਿਉਂਕਿ ਇਹ ਚੱਲਦਾ ਸੀ ਕਿ ਜੀ ਰਾਹੁਲ ਅੱਜ ਨਹੀਂ ਬੋਲਿਆ, ਜਦੋਂ ਪ੍ਰਧਾਨ ਮੰਤਰੀ ਜੀ ਬੈਠਣਗੇ ਉਦੋਂ ਬੋਲਣਗੇ। ਰਾਹੁਲ ਜੋ ਕੁਝ ਬੋਲਿਆ ਆ ਉਹਨੇ ਇੱਕਦਮ ਸਾਰਾ ਜਿਹੜਾ ਬਿਰਤਾਂਤ ਹੈ ਇਹਨਾਂ ਨੂੰ ਉਲਟਾ ਕਰ ਦਿੱਤਾ, ਜਿਹੜਾ ਇਹਨਾਂ ਨੇ ਬਿਲਡ ਕੀਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਉਹ ਸਾਰੀਆਂ ਗੱਲਾਂ ਜਿਨ੍ਹਾਂ ਦੇ ਇਲਜ਼ਾਮ ਉਹ ਆਪੋਜੀਸ਼ਨ ਦੇ ਉੱਤੇ ਲਾਉਂਦੇ ਸੀ, ਉਹ ਤਾਂ ਲਾਉਂਦੇ ਸੀ, ਜ਼ੁਬਾਨੀ ਕਹਿੰਦੇ ਸੀ, ਈਡੀਅਮਸ ਵਰਤਦੇ ਸੀ, ਭਾਸ਼ਾ ਵਰਤਦੇ ਸੀ, ਲੇਕਿਨ ਉਹਨੇ ਔਨ ਰਿਕਾਰਡ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸਾਰਾ ਕੁਝ ਤੁਸੀਂ ਹੋ। ਰਾਹੁਲ ਗਾਂਧੀ ਨੇ ਆਪਣਾ ਅੱਧਾ ਭਾਸ਼ਣ ਜਿਹੜਾ ਪਹਿਲਾ ਸੀ ਨਾ, ਉਹ ਤਾਂ ਇਸ ਗੱਲ ਤੇ ਹੀ ਲਾ ਦਿੱਤਾ ਕਿ ਜਦੋਂ ਮੈਂ ਤੁਰਿਆ, ਅਸਲ 'ਚ ਪੁਆਇੰਟ ਇਹ ਹੈ ਜਦੋਂ ਮੈਂ 4000 ਕਿਲੋਮੀਟਰ ਕੀਤਾ, ਪੁਆਇੰਟ ਉਹ ਇਹ ਬਿਲਡ ਕਰਨਾ ਚਾਹੁੰਦੇ ਸੀ ਵੀ ਮੈਂ ਲੋਕਾਂ ਨੂੰ ਸਮਝਾਉਣ ਗਿਆ ਸੀ, ਜਦੋਂ ਮੈਂ ਤੁਰਿਆ ਤਾਂ ਮੇਰਾ ਹੰਕਾਰ ਆ ਜਿਹੜਾ ਨਾ ਉਹ ਜਾਂਦਾ ਲੱਗਾ ਤੇ ਲੋਕਾਂ ਨੂੰ ਮੈਂ ਸੁਣਨਾ ਸ਼ੁਰੂ ਕਰ ਦਿੱਤਾ। ਉਹ ਇਸ ਕੰਪੈਰੀਜ਼ਨ ਦੇ ਵਿੱਚ ਜਿਹੜਾ ਬਾਅਦ 'ਚ ਉਹਨੇ ਪੁਆਇੰਟ ਬਣਾਇਆ ਕਿ ਸਾਡਾ ਪ੍ਰਧਾਨ ਮੰਤਰੀ ਜਿਹੜਾ ਬੜਾ ਹੰਕਾਰੀ ਆ, ਔਰ ਇਹ ਹੰਕਾਰੀ ਇੰਨਾ ਆ ਇੱਥੋਂ ਤੱਕ ਲੈ ਕੇ ਹੋ ਗਿਆ ਕਿ ਉਹਦੀ ਤੁਲਨਾ ਰਾਵਣ ਨਾਲ ਕਰ ਦਿੱਤੀ। ਨਾਲ ਇਹ ਵੀ ਕਹਿ ਦਿੱਤਾ ਕਿ ਰਾਵਣ ਲੰਕਾ ਨੂੰ ਸ਼੍ਰੀ ਹਨੂਮਾਨ ਨੇ ਨਹੀਂ ਜਿਹੜਾ ਜਲਾਇਆ ਸੀ, ਉਹ ਅਹੰਕਾਰ ਸੀ ਜਿਹੜਾ ਰਾਵਣ ਦਾ, ਉਹਨੇ ਉਹਨੂੰ ਜਲਾਇਆ ਸੀ। ਫਿਰ ਉਹਦੇ ਦੂਜੇ ਗੱਲ ਕਰਦੇ ਕਿ ਵੀ ਉਹ ਕਿਸੇ ਦੀ ਨਹੀਂ ਸੀ ਸੁਣਦਾ, ਦੋ ਬੰਦਿਆਂ ਦੀ ਸੁਣਦਾ ਸੀਗਾ, ਇਹ ਵੀ ਦੋ ਬੰਦਿਆਂ ਦੀ ਹੀ ਸੁਣਦਾ। ਉਹਦੇ ਕੰਪੈਰੀਜ਼ਨ ਜਿਹੜਾ ਉਹਨਾਂ ਨੇ ਅਮਿਤ ਸ਼ਾਹ ਤੇ ਅਡਾਨੀ ਦੇ ਨਾਲ ਕਰ ਦਿੱਤਾ। ਕਹਿਣ ਤੋਂ ਮੇਰਾ ਮਤਲਬ ਦੂਜੇ ਇਹ ਉਹਨੇ ਹੰਕਾਰ ਵਾਲਾ ਵਾ। ਤੀਸਰਾ, ਜਦੋਂ ਉਹ ਆਇਆ ਨਾ ਇਹਦੇ ਤੇ ਮਨੀਪੁਰ ਵਾਲੇ ਇਸ਼ੂ ਦੇ ਉੱਤੇ, ਉਹਨੇ ਇਹ ਜਾਣੀ ਦੋ ਸ਼ਬਦਾਂ ਦੇ ਵਿੱਚ ਕਿ ਤੁਸੀਂ ਦੇਸ਼ ਭਗਤ ਨਹੀਂ ਹੋ, ਗਦਾਰ ਹੋ। ਇਸ ਹੱਦ ਤੱਕ ਉਹਨੇ ਜਾਣੀ ਇਸ ਵੀ ਤੁਸੀਂ ਦੇਸ਼ ਭਗਤ ਨਹੀਂ ਹੋ, ਦੇਸ਼ ਧਰੋਹੀ ਹੋ। ਫਿਰ ਦੂਜੀ ਗੱਲ ਇਹ ਕਿ ਤੁਸੀਂ ਭਾਰਤ ਮਾਤਾ ਦੀ, ਇੱਕ ਉਹਨੇ ਕਿਹਾ ਕਿ ਇੱਕ ਮੇਰੀ ਮਾਤਾ ਇੱਥੇ ਸੰਸਦ 'ਚ ਬੈਠੀ ਆ, ਦੂਜੀ ਮੇਰੀ ਮਾਤਾ ਜਿਹੜੀ ਨਾ ਉਹ ਭਾਰਤ ਮਾਤਾ ਹੈਗੀ ਆ। ਤੁਸੀਂ ਮੇਰੀ ਭਾਰਤ ਮਾਤਾ ਦੀ ਹੱਤਿਆ ਕੀਤੀ ਆ ਮਨੀਪੁਰ ਦੇ ਵਿੱਚ। ਹੁਣ ਇਹ ਗੱਲ ਜਿਹੜੀ ਆ ਨਾ, ਇਹ ਪ੍ਰਭਾਵ ਵੀ ਛੱਡਦੀ ਆ ਤੇ ਬੜਾ ਡਾਇਰੈਕਟ ਹਮਲਾ ਹੈਗਾ ਹੈ। ਔਰ ਇਸੇ ਤਰ੍ਹਾਂ ਜਿਹੜਾ ਕਿ ਤੁਸੀਂ ਜਮਹੂਰੀਅਤ ਦੀ ਜਾਂ ਉਹਦੀ ਹੱਤਿਆ, ਜਾਣੀ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ, ਜਿਸ ਢੰਗ ਦੇ ਨਾਲ ਉਹਨੇ ਹਮਲਾਵਰ ਤਰੀਕੇ ਦੇ ਨਾਲ ਲਿਆ ਇਹਨੂੰ, ਔਰ ਇਸ ਤਰ੍ਹਾਂ ਕਿ ਸਿੱਧਾ ਦੋਸ਼ ਲਾ ਕਿ ਤੁਸੀਂ ਉੱਥੇ ਭਾਰਤ ਮਾਤਾ ਦੀ ਵੀ ਜਮਹੂਰੀਅਤ ਦੀ ਵੀ ਹੱਤਿਆ ਕੀਤੀ ਆ ਤੇ ਤੁਸੀਂ ਹੰਕਾਰੀ ਇੰਨੇ ਹੋ ਕਿ ਤੁਸੀਂ ਸੁਣਦੇ ਵੀ ਨਹੀਂ, ਤੁਸੀਂ ਸੁਣ। ਦੂਸਰਾ ਇਹ ਗੱਲ ਆ ਕਿ ਜਿਸ ਸੀਰੀਅਸਨੈਸ ਦੇ ਨਾਲ ਇਹ ਸੈਸ਼ਨ ਸ਼ੁਰੂ ਹੋਇਆ ਸੀਗਾ, ਗੌਰਵ ਗਗੋਈ ਨੇ ਜਿਸ ਅੰਦਾਜ਼ ਦੇ ਨਾਲ ਤੇ ਜਿਸ ਸੰਜੀਦਗੀ ਨਾਲ ਮਤਾ ਪੇਸ਼ ਕੀਤਾ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਬੜਾ ਇਤਿਹਾਸਕ ਹੋਣ ਵਾਲਾ ਇਹ ਸੈਸ਼ਨ। ਔਰ ਤੀਸਰਾ ਜਿਹੜਾ ਕੰਮ ਸੀ ਕਾਂਗਰਸ ਵੱਲੋਂ ਜਾਂ ਆਪੋਜੀਸ਼ਨ ਦੇ ਵੱਲੋਂ, ਉਹ ਸੀਗੇ ਆਪਣੇ ਅਧੀਰ ਰੰਜਨ ਜਿਹੜੇ ਚੌਧਰੀ ਸਾਹਿਬ, ਚੌਧਰੀ ਜਿਹੜੇ ਉਹਨਾਂ ਦੇ ਲੀਡਰ ਨੇ ਹਾਂ। ਕਾਂਗਰਸ ਦੇ। ਇਹ ਤਿੰਨਾਂ ਹੀ ਜਿਹੜੇ ਹੈਗੇ ਆ, ਤਿੰਨੇ ਲੀਡਰ ਜਿਹੜੇ ਆਪੋਜੀਸ਼ਨ ਦੇ ਆ, ਉਹ ਤਿੰਨ ਵੱਖਰੇ ਵੱਖਰੇ ਕਰੈਕਟਰ ਦੇ ਬੰਦੇ ਸੀਗੇ ਔਰ ਵੱਖਰੇ ਵੱਖਰੇ ਕਿਸਮ ਦੇ ਉਹਦੇ ਸੀ
ਭਾਵੇਂ ਕਿ ਉਹਨਾਂ ਨੇ ਕੁਝ ਗੱਲਾਂ ਐਸੀਆਂ ਖਾਸ ਤੌਰ ਤੇ ਚੌਧਰੀ ਨੇ ਐਸੀਆਂ ਗੱਲਾਂ ਵੀ ਕੁਝ ਕਹਿ ਦਿੱਤੀਆਂ ਜਿਨ੍ਹਾਂ ਤੇ ਰੌਲਾ ਵੀ ਪੈ ਗਿਆ, ਜਿਹੜੇ ਸ਼ਾਇਦ ਅਵੋਇਡ ਵੀ ਉਹ ਕਰ ਸਕਦੇ ਸੀਗੇ, ਲੇਕਿਨ ਜਿਸ ਬੇਬਾਕੀ ਦੇ ਨਾਲ ਉਹ ਜਾਣੀ ਇਹ ਮਿੱਥ ਕੇ ਆਏ ਹੋਏ ਸੀ ਕਿ ਪਰਵਾਹ ਨਹੀਂ, ਜਿੱਦਾਂ ਕਰਨੀ ਹੁੰਦੀ, ਜੇ ਸਸਪੈਂਡ ਹੁੰਦੇ ਆ ਤਾਂ ਹੋ ਜਾਣ। ਤੇ ਲੇਕਿਨ ਗੱਲ ਜਿਹੜੀ ਨਾ ਉਹ ਆਪਣੀ ਬੜੀ ਹਮਲਾਵਰ ਢੰਗ ਦੇ ਨਾਲ ਜਿਹੜੀ ਨਾ ਉਹਨਾਂ ਨੇ ਕੀਤੀ। ਉਹਦਾ ਨਤੀਜਾ ਵੀ ਨਿਕਲਿਆ ਕਿ ਚੌਧਰੀ ਸਾਹਿਬ ਨੂੰ ਸਸਪੈਂਡ ਕਰ ਦਿੱਤਾ ਗਿਆ ਆ, ਕਿਉਂਕਿ ਉਹਨਾਂ ਨੇ ਨੀਰਵ ਮੋਦੀ ਤੇ ਮੋਦੀ ਨੂੰ ਇਕੱਠਾ ਕਰਕੇ ਇਸ ਤਰ੍ਹਾਂ ਪੇਸ਼ ਕਰ ਦਿੱਤਾ, ਜਾਂ ਕਦੀ ਗੱਲ ਹੋਰ ਵੀ ਕਹਿ ਦਿੱਤੀ ਹੈ ਨਾ, ਵੀ ਜਿਹਦੇ 'ਚ ਵੀ ਪ੍ਰਧਾਨ ਮੰਤਰੀ। ਸੋ ਇਸ ਕਰਕੇ ਉਹ ਹੁਣ ਸਸਪੈਂਡ ਆ। ਸ਼ਾਇਦ ਇਹ ਖਬਰ ਤੁਹਾਡੇ ਕੋਲ ਆ ਗਈ ਹੋਣੀ ਆ ਕਿ ਉਹਨੂੰ ਹਟਾਤਾ। ਕਮੇਟੀ ਹੁਣ ਫੈਸਲਾ ਕਰੇਗੀ ਕਿ ਉਹ ਕੱਲ ਨੂੰ ਹਿੱਸਾ ਲੈ ਸਕੇਗਾ ਜਾਂ ਅਗਲੇ ਸੈਸ਼ਨ 'ਚ ਲੈ ਸਕੇਗਾ ਕਿ ਨਹੀਂ ਲੈ ਸਕੇਗਾ। ਸੋ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਪੋਲੀਟੀਕਲੀ ਵੀ ਐਨਾਲਾਈਜ਼ ਕਰਦੇ ਹਾਂ ਤਾਂ ਵੰਡਰਫੁਲ 2 ਭਾਸ਼ਣ ਸੀਗੇ, ਇੱਕ ਗੌਰਵ ਗਗੋਈ ਦਾ ਤੇ ਇੱਕ ਸੀ ਰਾਹੁਲ ਗਾਂਧੀ ਦਾ, ਔਰ ਇਹ ਇਤਿਹਾਸਕ ਚੀਜ਼ ਜਿਹੜੀ ਨਾ ਸਾਬਤ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਦੂਸਰੇ ਪਾਸੇ ਜਿਹੜਾ ਆ ਕੁਝ ਗੱਲਾਂ ਐਸੀਆਂ ਧਿਆਨ ਦੇਣ ਯੋਗ ਹੈਗੀਆਂ ਆ ਜਿਹੜੀਆਂ ਨਾਲ ਦੀ ਨਾਲ ਵਾਪਰੀਆਂ, ਉਹਨਾਂ ਵੱਲ ਆਪਾਂ ਆਉਂਦੇ ਆ। ਪ੍ਰਧਾਨ ਮੰਤਰੀ ਸਾਹਿਬ ਨੇ ਬੋਲਦਿਆਂ ਹੋਇਆਂ ਸੁਪਰੀਮ ਕੋਰਟ ਦੇ ਉੱਤੇ ਐਸੀ ਟਿੱਪਣੀ ਕੀਤੀ ਆ ਨਾ, ਇਹ ਕਹਿ ਦਿੱਤਾ ਕਿ ਤੁਹਾਨੂੰ ਪਤਾ ਹੀ ਆ ਕਿ ਸੁਪਰੀਮ ਕੋਰਟਾਂ ਦੇ ਵਿੱਚ ਕੀ, ਜਾਣੀ ਇੱਕਦਮ ਇੰਪ੍ਰੈਸ਼ਨ ਇਹ ਗਿਆ ਕਿ ਸਰਕਾਰ ਦੇ ਖਿਲਾਫ ਬੇਪਰਤੀਤੀ ਦੇ ਮਤੇ ਦਾ ਜਵਾਬ ਦੇਣ ਦੀ ਬਜਾਏ, ਉਹਦੇ ਤੇ ਗੱਲ ਕਰਨ ਦੀ ਬਜਾਏ, ਇੱਕ ਤਰ੍ਹਾਂ ਦੇ ਨਾਲ ਬੇਪਰਤੀਤੀ ਪ੍ਰਗਟ ਕੀਤੀ ਗਈ ਆ ਸੁਪਰੀਮ ਕੋਰਟ ਦੇ, ਇਹ ਕਹਿ ਕੇ ਕਿ ਤੁਹਾਨੂੰ ਪਤਾ ਹੀ ਆ। ਨਾਲ ਹੀ ਉਹ ਆ ਗਈ ਖਬਰ ਕਿ ਉਹਨਾਂ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਚੋਣ ਦਾ ਜਿਹੜਾ ਪੈਨਲ ਬਣਿਆ ਹੋਇਆ ਤਿੰਨਾਂ ਦਾ, ਉਹਦੇ ਵਿੱਚੋਂ ਚੀਫ ਆਪਣੇ ਗਗੋਈ ਸਾਹਿਬ ਨੂੰ ਗਗੋਈ ਸੌਰੀ ਚੰਦਰਚੂੜ ਜੀ ਨੂੰ ਬਾਹਰ ਕਰਨ ਦੇ ਲਈ ਜਿਹੜਾ ਨਾ ਉਹ ਪਾਸ ਹੋ ਜਾਣਾ, ਕਿਉਂਕਿ ਇਹਨਾਂ ਦਾ ਬਹੁਤ ਰਾਜ ਸਭਾ 'ਚ ਪੇਸ਼ ਹੋਇਆ ਉਹ ਬਿੱਲ ਜੇ ਰਾਜ ਸਭਾ ਦੇ ਵਿੱਚ ਪੇਸ਼ ਹੋਇਆ। ਰਾਜ ਸਭਾ ਦੇ ਵਿੱਚ ਦੇਖਦੇ ਹੁਣ ਬਾਕੀ ਪਾਰਟੀਆਂ ਕੀ ਪੋਜੀਸ਼ਨ ਲੈਂਦੀਆਂ ਹੈਗੀਆਂ। ਔਰ ਦੂਜਾ ਹੈ ਕਿ ਜਿਸ ਕੌਨਫੀਡੈਂਸ ਦੇ ਨਾਲ ਇਹ ਗੱਲ ਕੀਤੀ ਗਈ ਆ, ਜਿਸ ਕੌਨਫੀਡੈਂਸ ਦੇ ਨਾਲ ਕਿ ਅਸੀਂ ਆ ਰਹੇ ਹਾਂ, ਇਹ ਸਾਫ਼ ਜਾ ਰਿਹਾ ਵੀ ਕੁਛ ਵੀ ਕਰਨ, ਕਿਉਂਕਿ ਜੋ ਬਾਹਰ ਹਵਾ ਚੱਲ ਰਹੀ ਆ ਉਹ ਤਾਂ ਹੈਗੀ ਬੜੀ ਇਹਨਾਂ ਦੇ ਖਿਲਾਫ ਜਾ ਰਹੀ ਆ। ਲੋਕ ਜਿਹੜੇ ਨਾ ਇਸ ਤੋਂ ਜਿਸ ਤਰ੍ਹਾਂ ਦੀਆਂ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ, ਸਦਭਾਵਨਾ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ, ਔਰ ਇਸ ਤਰ੍ਹਾਂ ਦਾ ਅੱਜ ਐਲਾਨਨਾਮਾ ਮੈਂ ਸੁਣ ਰਿਹਾ ਸੀਗਾ ਇੱਕ ਸਟੇਜ ਤੋਂ ਕਿਸਾਨਾਂ ਦਾ ਕਿ 40 ਲੱਖ ਕਿਸਾਨ ਤੇ 4 ਲੱਖ ਟਰੈਕਟਰ ਜਿਹੜੇ ਨਾ ਉਹ ਹਮੇਸ਼ਾ ਲਈ ਤਿਆਰ ਆ, ਹੁਣ ਹੱਥ ਲਾ ਕੇ ਦੇਖੋ ਮੁਸਲਮਾਨਾਂ ਨੂੰ, ਹਨਾ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਮੇਟੀਆਂ, ਸੋ ਇਹ ਇਕੱਠ ਹੈਗਾ। ਤੇ ਦੂਜੇ ਪਾਸੇ ਜਿਹੜੇ ਉਹ ਕੋਈ ਹੋਰ ਕਾਰਵਾਈਆਂ ਵੀ ਆ ਰਹੀਆਂ, ਦੂਸਰੇ ਐਂਗਲ ਤੋਂ ਵੀ ਆ ਰਹੀਆਂ, ਜਾਣੀ ਇੱਕ ਸ਼ਾਰਪ ਡਿਵੀਜ਼ਨ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ। ਤੀਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਜਿਹੜੀ ਤੁਸੀਂ ਹੁਣ ਬਈ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਕਿ ਇਹਨਾਂ ਦੇ ਖਿਲਾਫ ਬੇਪਰਤੀਤੀ ਤਾਂ ਲੰਬੇ ਸਮੇਂ ਤੋਂ ਚੱਲ ਰਹੀ ਆ, ਔਰ ਇਸ ਸੰਨ 'ਚ ਵੀ ਬੇਪਰਤੀਤੀ ਹੋਈ, ਇਸ ਸੰਨ 'ਚ ਵੀ ਬੇਪਰਤੀਤੀ ਹੋਈ, ਤਾਂ ਸਟੇਟਾਂ ਦੇ ਜਦੋਂ ਨਾਂ ਲੈਣੇ ਸ਼ੁਰੂ ਕੀਤੇ, ਜਿਹੜੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਧਾਨ ਮੰਤਰੀ ਜੀ ਇਹ ਕਹਿ ਕੀ ਰਹੇ ਸੀ। ਜਦੋਂ ਉਹ ਪੱਛਮੀ ਬੰਗਾਲ ਦੇ ਵਿੱਚ ਕਹਿੰਦੇ ਕਿ ਉੱਥੇ ਬੇਪਰਤੀ, ਉੱਥੇ ਜਿਨ੍ਹਾਂ ਨੇ ਹਰਾਇਆ ਕਾਂਗਰਸ ਨੂੰ, ਉਹਦਾ ਕਾਂਗਰਸ ਦੇ ਨਾਲ ਬੈਠੇ ਆ। ਇਸੇ ਤਰ੍ਹਾਂ ਸਾਊਥ ਦੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਨਾਂ ਲਿਆ ਗਿਆ, ਜੇ ਉੱਥੋਂ ਕਾਂਗਰਸ ਹਰੀ ਆ ਤੇ ਉਹ ਫਰੰਟ ਦੇ ਵਿੱਚ ਸ਼ਾਮਲ ਨੇ, ਯਾਨੀ ਉਹ ਹੁਣ ਇੰਡੀਆ ਦਾ ਫਰੰਟ ਆ ਜਿਹੜਾ, ਉਦੋਂ ਦੀਆਂ ਹੀ ਪਾਰਟੀਆਂ ਨੇ ਕਾਂਗਰਸ ਨੂੰ ਆਪਣੇ ਆਪਣੇ ਸਟੇਟ ਦੇ ਵਿੱਚੋਂ ਹਰਾਇਆ ਸੀ, ਤਾਂ ਉਹ ਬੇਪਰਤੇ, ਮੇਰਾ ਮਤਲਬ ਕਿ ਵੀ ਬਿਨਾਂ ਸੋਚੇ ਸਮਝੇ, ਕਿਉਂਕਿ ਜਵਾਬ ਕੋਈ ਨਹੀਂ ਸੀਗਾ। ਨਹੀਂ, ਪਰ ਚਾਹੀ ਇੱਕ ਗੱਲ ਤੁਸੀਂ ਦੇਖੋ ਕਿ ਸਾਰਾ ਹੀ ਜਿਹੜਾ ਪ੍ਰਧਾਨ ਮੰਤਰੀ ਦਾ ਭਾਸ਼ਣ ਹੈ ਉਹਦੇ ਵਿੱਚ ਇੰਡੀਆ ਨੂੰ ਬੇਸ਼ੱਕ ਉਹਨੇ ਘਮੰਡੀਆਂ ਕਹਿ ਕੇ ਸੰਬੋਧਨ ਕੀਤਾ, ਘਮੰਡੀਆਂ ਗਠਬੰਧਨ ਹੈ, ਪਰ ਉਹਨਾਂ ਨੇ ਕਾਂਗਰਸ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਨਾਂ ਨਹੀਂ ਲਿਆ। ਇਹੀ ਹੈ ਨਾ, ਕਿਉਂਕਿ ਕਾਂਗਰਸ ਨੂੰ ਟਾਰਗੇਟ ਕੀਤਾ, ਕਿਉਂਕਿ ਉਹਨੂੰ ਸਾਰਾ ਖਤਰਾ ਜਿਹੜਾ ਹੈ ਨਾ ਐਜ਼ ਏ ਲੀਡਰ ਤਾਂ ਰਾਹੁਲ ਗਾਂਧੀ ਤੋਂ ਆ, ਪਾਰਟੀ ਦੇ ਤੌਰ ਤੇ ਕਾਂਗਰਸ ਤੋਂ, ਇਸ ਕਰਕੇ ਕਿਉਂਕਿ ਜਦੋਂ ਤੁਹਾਨੂੰ ਯਾਦ ਹੋਣਾ ਜਦੋਂ ਇਹ ਸ਼ੁਰੂ ਹੀ ਹੋਇਆ ਸੀ ਨਾ ਕੰਮ, ਤਾਂ ਉਦੋਂ ਕਾਂਗਰਸ ਲੱਗਦਾ ਸੀ ਵੀ ਕਾਂਗਰਸ ਦੇ ਖਿਲਾਫ ਇੱਕ ਹੋਰ ਤੀਜਾ ਫਰੰਟ ਕੋ ਹੋਰ ਬਣ ਰਿਹਾ ਹੈਗਾ, ਤੇ ਇਹਨਾਂ ਨੂੰ ਪਤਾ ਸੀਗਾ, ਪੋਲੀਟੀਕਲ ਪਾਰਟੀ ਨੂੰ ਜਾਂ ਰੂਲਿੰਗ ਪਾਰਟੀ ਨੇ ਬੜਾ ਕਲੀਅਰ ਸੀ ਕਿ ਇਹਨਾਂ ਦੀ ਯੂਨਿਟੀ ਜਦੋਂ ਹੋਈ ਤਾਂ ਉਹਦੀ ਲੀਡਰਸ਼ਿਪ ਕਾਂਗਰਸ ਦੇ ਹੱਥ 'ਚ ਹੀ ਹੋਣੀ ਆ। ਕਾਂਗਰਸ ਨੇ ਜਿਸ ਤਰ੍ਹਾਂ ਹੁਣ ਆਪਣਾ ਲੀਡਰ ਡਿਵੈਲਪ ਕੀਤਾ ਨਾ, ਖੜਗੇ ਸਾਹਿਬ ਨੂੰ ਸਾਹਮਣੇ ਲੈ ਕੇ ਆਏ ਆ, ਹੁਣ ਜਿੱਦਾਂ ਅੱਜ ਫਿਰ ਗਰੀਬ ਦਾ ਪੁੱਤਰ
ਚੱਪਲ ਦਾ ਪੁੱਤਰ, ਹਵਾਈ ਜਹਾਜ਼ ਦੇ ਵਿੱਚ ਜੇ ਉਹ ਆਪਣੇ ਆਪ ਨੂੰ, ਤੇ ਜਦੋਂ ਖੜਗੇ ਸਾਹਿਬ ਦਾ ਨੂੰ ਫੇਸ ਕਰਨਾ ਪਿਆ ਨਾ ਤਾਂ ਪਤਾ ਲੱਗ ਜਾਏਗਾ ਕਿ ਅਸਲ 'ਚ ਗਰੀਬ ਕੌਣ ਆ, ਕਿਹੜਾ ਬੰਦਾ ਕਿਹੜੇ ਤਬਕੇ ਚੋਂ ਆਇਆ ਔਰ ਕਿਹੜੇ ਕਿੱਦਾਂ ਦੇ ਉਹ ਕਸ਼ਟ ਸਹਾਰ ਕੇ ਇੱਥੇ ਤੱਕ ਪਹੁੰਚਿਆ ਆ। ਉਹ ਗੱਲ ਜਿਹੜੀ ਨਾ ਸਾਹਮਣੇ ਹੁਣ ਰਾਹੁਲ ਗਾਂਧੀ ਨਾ ਕਲੇਮ ਕਰਦਾ, ਉਹ ਤਾਂ ਇੱਕ ਵਾਰੀ ਇਹ ਗੱਲ ਕਹਿ ਹਟੀ ਕਿ ਨਾ ਮੈਂ ਨਾ ਮੇਰੇ ਪਰਿਵਾਰ ਦਾ ਕੋਈ ਬੰਦਾ ਪ੍ਰਾਈਮ ਮਿਨਿਸਟਰ ਨਹੀਂ ਬਣੂਗਾ, ਹਨਾ। ਬਾਕੀ ਪਾਰਟੀਆਂ ਉਹਦੇ ਤੇ ਪ੍ਰੈਸ਼ਰ ਬਣਾ ਕੇ ਜੇ ਲਾ ਲੈਂਦੀਆਂ ਅੱਗੇ ਜਾਂ ਕਰ ਲੈਂਦੀਆਂ, ਪਰ ਉਹਨੇ ਇਹ ਸਾਬਤ ਕਰ ਦਿੱਤਾ ਕਿ ਉਹ ਬਹੁਤ ਬਦਲਿਆ ਹੋਇਆ, ਸੁਲਝਿਆ ਹੋਇਆ ਲੀਡਰ ਆ ਔਰ ਉਹ ਧੜੱਲੇਦਾਰ ਵੀ ਆ। ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਇੱਕ ਕਿਸਮ ਦਾ ਕੋਈ ਉਹਦੇ ਕੋਲ ਜਵਾਬ ਨਹੀਂ ਸੀ, ਕੋਈ ਗੱਲ ਕਹਿਣ ਨੂੰ ਨਹੀਂ ਸੀ, ਉਹੀ ਸਾਰੀਆਂ ਗੱਲਾਂ ਸੀਗੀਆਂ। ਫਿਰ ਹਿਸਟਰੀ ਸ਼ੇਅਰ ਲਈ, ਹਿਸਟਰੀ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਖੋਜਕਾਰਾਂ ਦੀ, ਔਰ ਜਦੋਂ ਇੰਟਰਪ੍ਰੀਟੇਸ਼ਨ ਸਾਹਮਣੇ ਆਉਂਦੀ ਹੈ ਤਾਂ ਨਾਲ ਹੀ ਉਹਦੇ ਪੈਰਲਲ ਇੰਟਰਪ੍ਰੀਟੇਸ਼ਨ ਦੇਣ ਵਾਲੇ ਵੀ ਪੈਦਾ ਹੋ ਜਾਂਦੇ ਆ। ਔਰ ਉਹ ਕੋਟੇਸ਼ਨ ਦੇਣ ਵੇਲੇ ਇਸ ਗੱਲ ਦਾ ਉੱਥੇ ਹੁਣ ਕੌਣ ਜਵਾਬ ਦਊਗਾ ਵੀ ਜੀ ਕਿੰਨੀ ਤੁਹਾਡੀ ਗੱਲ ਸਹੀ ਹੈ ਤੇ ਕਿੰਨੀ ਨਹੀਂ ਗਲਤ ਹੈਗੀ ਹੈ, ਹਨਾ। ਔਰ ਇਸ ਕਰਕੇ ਉੱਥੋਂ ਸ਼ੁਰੂ ਕਰਨਾ ਕਿ ਕਾਂਗਰਸ ਦੀ ਦਾ ਨੀਂਹ ਹੀ ਉੱਥੇ ਰੱਖੀ ਸੀ, ਔਰ ਨਾਲ ਅੰਬੇਡਕਰ ਸਾਹਿਬ ਦੇ ਜਾਣੀ ਗੁਣਗਾਨ ਕਰਨੇ, ਨਾਲ ਇਹ ਕਿ ਅੰਬੇਡਕਰ ਸਾਹਿਬ ਨੂੰ ਹਰਾਇਆ ਸੀ। ਪਰ ਹਕੀਕਤ ਕੀ ਕਹਿੰਦੀ ਆ? ਹਕੀਕਤ ਇਹ ਕਹਿੰਦੀ ਆ ਕਿ ਅੰਬੇਡਕਰ ਸਾਹਿਬ ਨੂੰ ਵਿਧਾਨ ਘੜਨੀ ਅਸੈਂਬਲੀ 'ਚ ਜਾਣ ਤੋਂ ਰੋਕਣ ਦੇ ਲਈ ਸਾਜ਼ਿਸ਼ਾਂ ਹੀ ਨਹੀਂ ਰਚੀਆਂ। ਔਨ ਰਿਕਾਰਡ ਸਟੇਟਮੈਂਟ ਆ ਪਟੇਲ ਸਾਹਿਬ ਦੀ, ਜਿਹਦਾ ਬਹੁਤ ਵੱਡਾ ਸਾਰਾ ਬੁੱਤ ਲਾਇਆ ਹੋਇਆ। ਉਹਨੇ ਇਹ ਗੱਲ ਕਹੀ ਸੀ ਕਿ ਮੈਂ ਅੰਬੇਡਕਰ ਦੇ ਅਸੈਂਬਲੀ 'ਚ ਆਉਣ ਦੇ ਦਰਵਾਜ਼ੇ ਖਿੜਕੀਆਂ ਹੀ ਨਹੀਂ ਬੰਦ ਕੀਤੇ, ਸਗੋਂ ਰੋਸ਼ਨਦਾਨ ਵੀ ਬੰਦ ਕਰ ਦਿੱਤਾ ਹੈ। ਔਰ ਜਦੋਂ ਉਹਨਾਂ ਨੂੰ ਉਹ ਹਾਰ ਗਏ ਸੀ ਉੱਥੋਂ ਨਾ ਕਹਿਣ ਤੋਂ ਮੇਰਾ ਮਤਲਬ ਕਿ ਇਤਿਹਾਸ ਨੂੰ ਫਿਰ ਉਸ ਮੌਕੇ ਤੇ ਕੌਣ ਜਵਾਬ ਦੇਗਾ ਕਿ ਸਹੀ ਗੱਲ ਕਿਹੜੀ ਹੈ ਕਿ ਗਲਤ ਕਿਹੜੀ ਹੈ, ਹਨਾ। ਔਰ ਦੂਸਰੀ ਇਹ ਗੱਲ ਮੈਂ ਕਹਿਣਾ ਹੈ ਕਿ ਵੀ ਇੱਕ ਅੱਛਾ ਸੰਖੇਪ ਰੱਖਿਓ, ਮੈਂ ਸਿੱਧੂ ਸਾਹਿਬ ਵੱਲ ਵੀ ਹਾਂਜੀ ਬਸ ਮੈਂ ਇਹ ਗੱਲ ਇਹੀ ਕਰਨੀ ਸੀ ਕਿ ਜਿਸ ਤਰ੍ਹਾਂ ਦਾ ਦੋਹਾਂ ਧਿਰਾਂ ਦਾ ਪ੍ਰਦਰਸ਼ਨ ਹੋਇਆ ਦੇਸ਼ ਦੇ ਸਾਹਮਣੇ, ਔਰ ਉਹ ਆਉਣ ਵਾਲੇ ਇੱਕ ਅੱਧੇ ਦਿਨ ਤੁਸੀਂ ਦੇਖਿਆ ਹੋਵੇ ਕਿ ਕਿਸ ਤਰ੍ਹਾਂ ਇਹ ਤੇਜ਼ ਹੋ ਰਹੀ ਹੈ ਡਿਸਕਸ਼ਨ ਇਹਦੇ ਉੱਤੇ ਕਿ ਪ੍ਰਧਾਨ ਮੰਤਰੀ ਜੇ ਉਹ ਔਰ ਜਿੰਨੀ ਜੈਂਟਲੀ ਔਰ ਜਿੰਨੀ ਵਾਈਜ਼ ਤਰੀਕੇ ਦੇ ਨਾਲ ਉਹ ਵਾਕਆਊਟ ਕਰਕੇ ਗਏ ਆ ਬਾਹਰ ਨਿਕਲ ਕੇ, ਜਿਹੜੀ ਕਾਂਗਰਸ ਉਹ ਕਹਿੰਦੇ ਅਸੀਂ ਆਹ 3 ਗੱਲਾਂ ਰੱਖੀਆਂ ਸੀਗੀਆਂ, 2 ਘੰਟੇ ਅਸੀਂ ਸੁਣ ਲਿਆ, ਇਹ ਉੱਥੇ ਆਉਣ ਨੂੰ ਤਿਆਰ ਨਹੀਂ ਸੀ ਤਾਂ ਅਸੀਂ ਵੀ ਉੱਠ ਕੇ ਆ ਗਏ। ਕਹਿੰਦੇ ਲੋਕ ਇਹ ਆ ਕਿ ਜੇ ਉੱਠ ਕੇ ਨਾ ਜਾਂਦੇ ਤਾਂ ਸ਼ਾਇਦ ਮਨੀਪੁਰ ਦੇ ਉੱਤੇ ਐਂਡ ਦੇ ਉੱਤੇ ਬਹਿਣ ਲੱਗੇ ਇੱਕ ਅੱਧਾ ਸੈਂਟੈਂਸ ਬੋਲ ਕੇ ਬਹਿ ਜਾਣਾ ਸੀ। ਜੀ ਸਿਰ ਸਾਹਿਬ, ਤੁਸੀਂ ਇਹ ਸਾਰਾ ਜੋ ਕੁਝ ਚਾਨਾ ਜੀ ਨੇ ਕਿਹਾ, ਔਰ ਦੂਸਰਾ ਨਾਲ ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਸਾਰੀ ਜਿਹੜੀ ਆਪਣੀ ਟੋਨ ਹੈ ਉਹ ਜਾਂ ਨਿਸ਼ਾਨਾ ਜਿਹੜਾ ਉਹਦੇ ਤੇ ਕਾਂਗਰਸ ਨੂੰ ਲਿਆ, ਜਾਂ ਸਿੱਧੇ ਢੰਗ ਨਾਲ ਰਾਹੁਲ ਗਾਂਧੀ ਨੇ ਜੋ ਕੁਝ ਕਿਹਾ ਹੈਗਾ ਉਸ ਨੂੰ ਲਿਆ ਹੈਗਾ। ਤੇ ਦੂਸਰਾ ਜਿਹੜਾ ਉਹਨਾਂ ਨੇ ਪਾਰਟੀਆਂ ਦਾ ਕਿਸੇ ਦਾ ਜ਼ਿਕਰ ਨਹੀਂ ਕੀਤਾ, ਭਾਵੇਂ ਕਿ ਉਹਨਾਂ ਨੇ ਨੋ ਕੌਨਫੀਡੈਂਸ ਜਿਹੜਾ ਲੋਕਾਂ ਦੇ ਵਿੱਚ ਵੱਖ-ਵੱਖ ਸਟੇਟਾਂ 'ਚ ਹੋਇਆ ਕਾਂਗਰਸ ਦੇ ਖਿਲਾਫ, ਉਹਨਾਂ ਕਿਹਾ ਕਿ ਉੱਥੇ DMK ਆ, ਉੱਥੇ ਫਲਾਣੀ ਪਾਰਟੀ ਹੈ, ਉਹ ਤਾਂ ਉਹਨਾਂ ਕਿਹਾ, ਪਰ ਉਹਨਾਂ ਨੇ ਐ ਸੱਚ ਜਿਹੜਾ ਇੰਡੀਆ ਨੂੰ ਘਮੰਡੀਆ ਕਹਿ ਕੇ ਹੀ ਉਹਦਾ ਸਾਰੇ ਦਾ ਇਕੱਠਾ ਕਰਕੇ ਉਹਨੂੰ ਜੋ ਕੁਝ ਕਿਹਾ, ਔਰ ਮੁੱਖ ਤੌਰ ਤੇ ਜੇ ਨਾਂ ਲਿਆ ਤੇ ਕਾਂਗਰਸ ਦਾ ਲਿਆ। ਬਿਲਕੁਲ ਠੀਕ ਕਿਹਾ ਤੁਸੀਂ। ਸਵਾਲ ਤਾਂ ਇਹ ਹੈ, ਸਭ ਤੋਂ ਪਹਿਲਾਂ ਤਾਂ ਮੈਂ ਛੋਟੀ ਜੀ ਗੱਲ ਇਹਦੇ ਤੇ ਕਰਨਾ ਚਾਹੁੰਦਾ ਵੀ ਬਹੁਤ ਭਾਵਕ ਕਿਸਮ ਦਾ ਤੇ ਬਹੁਤ ਹੀ ਸੁਲਝਾ ਹੋਇਆ ਲੈਕਚਰ ਸੀ ਰਾਹੁਲ ਗਾਂਧੀ ਦਾ। ਪਹਿਲੀ ਗੱਲ ਤਾਂ ਉਸਦੀ ਜਿਹੜੀ ਦੁਆਰਾ ਪਾਰਲੀਮੈਂਟ ਚ ਆਉਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ, ਜਾਂ ਬਹੁਤ ਵੱਡਾ ਸਿੰਬਲ ਬਣ ਗਿਆ ਇਹਦੀ ਡਿਫੀਟ ਦਾ ਰੂਲਿੰਗ ਕਲਾਸ ਦੀ, ਬਹੁਤ ਮੋਦੀ ਦੀ ਦਾ। ਇਹ ਆਪਣੇ ਆਪ ਚ ਆਉਣਾ ਹੀ ਉਹਦਾ ਸਟੈਪ ਇਹ ਨਹੀਂ ਕਰ ਦੇਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਸੀ। ਦੂਜਾ ਜਿਹੜਾ ਉਹਨੇ ਭਾਵਕ ਲੈਵਲ ਉੱਤੇ ਔਰਤਾਂ ਦੇ 2 ਜਿਹੜੇ ਦ੍ਰਿਸ਼ ਲਏ ਉਸਦੇ ਉੱਤੇ, ਉਹ ਵੀ ਕਮਾਲ ਦੀ ਸੀ ਸਾਰੀ। ਇੱਕ ਔਰਤ ਬਾਰੇ ਜਿਹੜੇ ਕਹਿੰਦਾ ਵੀ ਉਸਨੂੰ ਜਦੋਂ ਉੱਠ ਕੇ ਪੁੱਛਿਆ ਤੇਰੇ ਨਾਲ ਕੀ ਹੋਇਆ, ਤਾਂ ਉਹਦਾ ਜਿਹੜਾ ਇਹ ਕਹਿਣਾ ਸੀਗਾ, ਔਰਤ ਇੱਕਦਮ ਉਹਦੇ ਦਿਮਾਗ ਵਿੱਚ ਜਿਹੜੇ ਪੁਰਾਣੇ ਦ੍ਰਿਸ਼ ਸੀ, ਜਿਹੜੇ ਉਹਦੇ ਨਾਲ ਦੁਖਾਂਤ ਹੋਇਆ ਸੀ, ਉਹ ਦ੍ਰਿਸ਼ ਆਏ ਤੇ ਉਹ ਕੰਬਣ ਲੱਗ ਗਈ ਤੇ ਗਿਰ ਗਈ, ਡਿੱਗ ਪਈ ਉੱਥੇ। ਇਸ ਕਿਸਮ ਦਾ ਜਿਹੜਾ ਪੇਸ਼ ਕੀਤਾ ਸਾਰਾ, ਜਾਂ ਉਹਨੇ ਉਹਦੇ ਘਮੰਡ ਨੂੰ, ਮੋਦੀ ਦੇ ਘਮੰਡ ਨੂੰ ਜਿਹੜਾ ਆਪਣੇ ਪਦ ਯਾਤਰਾ ਨਾਲ ਜੋੜ ਕੇ ਪੇਸ਼ ਕੀਤਾ। ਬੜੀਆਂ ਸੈਂਸਿਟਿਵ ਲੈਵਲ ਦੀਆਂ ਗੱਲਾਂ ਕੀਤੀਆਂ ਉਹਨੇ। ਇਹਦੇ ਚ ਕੋਈ ਭਾਵਕ ਲੈਵਲ ਦਾ ਸੀ ਸਾਰਾ ਕੀਤਾ। ਬਹੁਤ ਵਧੀਆ ਲੈਕਚਰ ਕੀਤਾ। ਉਹ ਲੈਕਚਰ ਸਾਰੇ ਦੇ ਕਿਸੇ ਨੂੰ ਯਾਦ ਹੈ ਇੰਡੀਆ ਦੇ ਵਿੱਚ ਜਾਂ ਅਬਰੋਡ ਜਾ ਕੇ ਸਾਰੇ ਦੁਨੀਆ ਦੇ ਵਿੱਚ, ਤਾਂ ਇਹ ਲੈਕਚਰ ਹੈ ਜਿਹੜਾ 37 ਮਿੰਟ ਦਾ ਲੈਕਚਰ ਸੀ,
ਜਿਹਦੇ ਵਿੱਚ ਸਿਰਫ 17 ਮਿੰਟ ਉਹਦੇ ਤੇ ਕੈਮਰਾ ਜਿਹੜਾ ਦੂਰਦਰਸ਼ਨ ਦਾ ਕੈਮਰਾ ਫਿੱਟ ਰਿਹਾ। ਬਾਕੀ ਜਿਹੜਾ ਬਾਕੀ ਮਿੰਟਾਂ ਦੇ ਵਿੱਚ 20 ਜਾਂ 22 ਮਿੰਟ ਉਹ ਸਾਰਾ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਤੇ ਹੀ ਰੱਖਿਆ, ਜਾਂ ਹੋਰ ਇੱਧਰ ਉੱਧਰ ਕੈਮਰਾ ਨਹੀਂ, ਜਾਣ ਕੇ ਸਾਰੀ ਗੱਲ ਉਹ ਸਾਹਮਣੇ ਨਹੀਂ ਉਹ ਪੇਸ਼ ਕਰਨ ਕੀਤੀ ਗਈ। ਇਹ ਵੀ ਉਹਨਾਂ ਦੀ ਜਾਣ ਕੇ ਇੱਕ ਟੈਕਟਿਕ ਸੀਗਾ। ਅੱਛਾ, ਦੂਸਰੀ ਗੱਲ ਰਹਿ ਗਈ ਜਿਹੜੀ ਇਹਨਾਂ ਨੇ ਚਾਣਾ ਜੀ ਨੇ ਕਹੀ ਹੈ ਵੀ ਮੈਂ ਹਜੇ ਵੀ ਫਿਰ ਦੁਬਾਰਾ ਰਿਪੀਟ ਕਰਦਾ, ਧਾਰਾ ਹੈ ਪਹਿਲਾਂ ਕਾਂਗਰਸ ਦੀ ਧਾਰਾ ਹਿੰਦੂਤਵ ਵਾਲੀ ਧਾਰਾ ਰਹੀ ਹੈ ਮੁੱਢ ਦੇ ਵਿੱਚ ਉਸ ਕਿਸਮ ਦੀ। ਉਹ ਧਾਰਾ ਕਰਕੇ ਹੀ ਕਾਂਗਰਸ ਜਦੋਂ ਕੇਂਦਰੀਵਾਦ ਲਿਆਉਂਦੀ ਸੀ ਤੇ ਠੋਸਦੀ ਸੀ, ਵੈਸਟ ਬੰਗਾਲ 'ਚ ਠੋਸਿਆ ਉਹਨਾਂ ਨੇ, ਤੇ ਜਾਂ ਫਿਰ ਇੱਥੇ ਤਮਿਲਨਾਡੂ 'ਚ ਤੇ ਹੋਰ ਸਾਰਿਆਂ 'ਚ, ਉੱਥੋਂ ਉਹ ਸਾਫ਼ ਹੁੰਦੀ ਗਈ। ਉਹ ਧਾਰਾ, ਉਹ ਪੋਲਿਟਿਕਸ ਸਾਫ਼ ਹੁੰਦੀ ਗਈ, ਰੀਜਨਲਿਜ਼ਮ ਉੱਠਦਾ ਗਿਆ ਉਹਦੇ ਰਿਐਕਸ਼ਨ ਦੇ ਵਿੱਚ। ਮੁੜ ਕੇ ਜਿੱਥੋਂ ਕਾਂਗਰਸ ਗਈ ਹੈ, ਬਿਹਾਰ 'ਚੋਂ ਗਈ, ਯੂਪੀ 'ਚੋਂ ਗਈ, ਵੈਸਟ ਬੰਗਾਲ 'ਚੋਂ ਗਈ, ਪੱਛਮੀ ਬੰਗਾਲ 'ਚੋਂ ਗਈ ਤੇ ਤਮਿਲਨਾਡੂ 'ਚੋਂ ਗਈ, ਉੱਥੇ ਮੁੜ ਕੇ ਆ ਨਹੀਂ ਸਕੀ ਕਾਂਗਰਸ। ਕਾਂਗਰਸ ਨਾ ਕਹੋ, ਇੱਕ ਖਾਸ ਕਿਸਮ ਦੀ ਪੋਲੀਟੀਕਲ ਆਈਡੀਓਲੋਜੀ ਹੈ ਜਿਹੜੀ ਕੇਂਦਰੀਵਾਦ ਵਾਲੀ, ਸੈਂਟਰਲਾਈਜੇਸ਼ਨ ਵਾਲੀ, ਉਹ ਨਹੀਂ ਮੁੜ ਕੇ ਆ ਸਕੀ। ਇਹ ਹੁਣ ਜਿਹੜਾ ਮੋਦੀ ਦਾ ਜਿਹੜਾ ਸਾਰਾ ਇਹਨਾਂ ਦੀ ਪੋਲਿਟਿਕਸ ਹੈ ਬੀਜੇਪੀ ਦੀ, ਇਹ ਤਾਂ ਕੇਂਦਰੀਵਾਦ ਦਾ ਵੀ ਅਗਲਾ ਸਟੈਪ ਹੈ, ਰਾਸ਼ਟਰਵਾਦ ਹੈ, ਮੈਜੋਰਿਟੇਰੀਅਨ ਤੋਂ ਵੀ ਅੱਗੇ ਦਾ ਜਿਹੜਾ ਸਟੈਪ ਹੈ ਉਹ ਸਟੈਪ ਹੈ। ਇਸ ਕਰਕੇ ਇਹ ਜਿਹੜਾ ਕਹਿਣਾ ਕਾਂਗਰਸ ਮੁਕਤ ਗੱਲ ਕਰਨਾ ਦਾ ਮਤਲਬ ਇਹ ਹੈ ਵੀ ਜਿਹੜੀ ਕਾਂਗਰਸ ਇੱਕ ਫੇਰ ਮੁੜ ਕੇ ਡੈਮੋਕ੍ਰੈਟਿਕ ਪਾਰਟੀ ਦੇ ਲੈਵਲ ਉੱਤੇ, ਸੈਕੂਲਰ ਪਾਰਟੀ ਦੇ ਲੈਵਲ ਉੱਤੇ ਅਮਰਜ ਹੋ ਰਹੀ ਹੈ, ਤੇ ਅਮਰਜ ਆਪ ਨਹੀਂ ਹੋ ਰਹੀ, ਨਾਲ ਵੱਡੀਆਂ ਧਿਰਾਂ ਨੂੰ ਨਾਲ ਲੈ ਕੇ ਕੈਰੀ ਕਰ ਰਹੀ ਹੈ। ਉਸ ਦਾ ਹੀ ਵੱਡਾ ਡਰ ਹੈ। ਇਸ ਕਰਕੇ ਸਾਰਾ ਫੋਕਸ ਮੋਦੀ ਦਾ ਕਾਂਗਰਸ ਤੇ ਹੀ ਰੱਖਿਆ ਗਿਆ। ਬੜੀ ਹੈਰਾਨੀ ਦੀ ਗੱਲ ਹੈ ਵੀ ਕਾਂਗਰਸ ਮੁਕਤ ਲੋੜ ਪੈਣ ਤੇ ਕੇਜਰੀਵਾਲ ਵੀ ਕਹਿੰਦਾ ਰਿਹਾ, ਆਮ ਆਦਮੀ ਪਾਰਟੀ ਵੀ ਕਹਿੰਦੀ ਰਹੀ, ਹੁਣ ਉਹਨੂੰ ਪਿੱਛੇ ਹਟਣਾ ਪਿਆ ਸਾਰਾ। ਪਹਿਲਾਂ ਕਹਿੰਦੇ ਰਹੀ ਸੀਗੀ ਸਾਥੀ, ਹੁਣ ਉਹ ਕਾਂਗਰਸ ਮੁਕਤ ਭਾਰਤ ਦੀ ਉਹ ਵੀ ਗੱਲ ਨਹੀਂ ਕਰਦਾ। ਇਸ ਕਰਕੇ ਕਾਂਗਰਸ ਮੁਕਤ ਭਾਰਤ ਨਹੀਂ ਹੈ, ਇਹ ਕਾਂਗਰਸ ਉੱਤੇ ਫੋਕਸ ਕਰਨ ਦਾ ਮਤਲਬ ਇੱਕ ਵਿਚਾਰਧਾਰਾ ਤੇ ਇੱਕ ਸਿਆਸੀ ਵਿਚਾਰਧਾਰਾ ਤੇ ਫੋਕਸ ਕਰਨਾ ਸੀ। ਉਹ ਇਹਨਾਂ ਨੇ ਰੂਲਿੰਗ ਪਾਰਟੀ ਨੇ, ਨਰਿੰਦਰ ਮੋਦੀ ਨੇ ਕੀਤਾ। ਤੇ ਇਹ ਬਾਕੀ ਇਹ ਦੂਜੇ ਪਾਸੇ ਇੱਕ ਦੂਜੀ ਵਿਚਾਰਧਾਰਾ ਸੀ ਜਿਹਦੇ ਕਰਕੇ ਕੰਟਰੀ ਇਹ 47 ਵਿੱਚ ਜਾਂ ਡੈਮੋਕ੍ਰੈਟਿਕ ਕੰਟਰੀ 50 ਦੇ ਵਿੱਚ ਬਣਿਆ। ਇਹ ਉਸ ਧਾਰਾ ਦੀ ਗੱਲਬਾਤ ਸੀ। ਜਿੱਥੋਂ ਤੱਕ ਇਹਨਾਂ ਨੇ ਕਿਹਾ ਸਾਰੀ ਗੱਲ ਵੀ ਅੰਬੇਦਕਰ ਜਿਹੜਾ ਪਟੇਲ ਹੈ, ਅੰਬੇਦਕਰ ਨੂੰ ਆਉਣ ਨਹੀਂ ਸੀ ਦੇਣਾ ਚਾਹੁੰਦੇ, ਠੀਕ ਹੈ, ਉਹਨੂੰ ਮੁਸਲਿਮ ਲੀਗ ਲੈ ਕੇ ਆਈ ਕੰਸਟੀਚੂਐਂਟ ਅਸੈਂਬਲੀ 'ਚ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ, ਮੁਸਲਿਮ ਲੀਗ ਲੈ ਕੇ ਆਈ, ਜਿਹੜੀ ਮੁਸਲਿਮ ਲੀਗ ਦੇ ਨੇ ਜਿਤਾ ਕੇ ਲਿਆਂਦਾ ਇੱਥੇ। ਤੇ ਇਹ ਜਿਹੜਾ ਸਾਰਾ ਕੁਝ ਹੋਇਆ, ਇਹ ਬਹੁਤ ਵੱਡੀ ਧਾਰਾ ਕਾਂਗਰਸ ਦੇ ਵਿੱਚ ਤਿਲਕਧਾਰੀਆਂ ਦੀ ਸੀਗੀ। ਲੀਡਰ ਬਹੁਤ ਤਿਲਕਧਾਰੀ ਸੀਗੇ ਸਾਰੇ, ਜਿਨ੍ਹਾਂ ਨੇ ਕੇਂਦਰੀਵਾਦ ਵੀ ਲਿਆਂਦਾ, ਹਿੰਦੂਤਵ ਵੀ ਲਿਆਂਦਾ, ਤੇ ਲਿਆ ਕੇ ਇਹ ਸਾਰਾ ਮੋਦੀ ਲੈਵਲ ਤੱਕ ਪਹੁੰਚਾ ਦਿੱਤਾ ਅਜੇ ਤੱਕ। ਹੁਣ ਸਵਾਲ ਤਾਂ ਇਹੀ ਬਣਦਾ ਸਾਰਾ ਵੀ ਮੁੜ ਕੇ ਇਸ ਕਿਸਮ ਦੀ ਜਿਹੜੀ ਧਾਰਾ ਹੈ, ਇਹ ਜਿਹੜੀ ਇਸ ਪੋਲਿਟਿਕਸ ਦੀ ਧਾਰਾ ਹੈ, ਜਿਹਨੂੰ ਹੁਣ ਰਿਪਰੈਜ਼ੈਂਟ ਰਾਹੁਲ ਕਰਨ ਲੱਗ ਗਿਆ, ਬੜੇ ਸੋਹਣੇ ਤਰੀਕੇ ਨਾਲ ਕਰਨ ਲੱਗ ਗਿਆ, ਤੇ ਉਹਦਾ ਮੁਕਾਬਲਾ ਇਹਨਾਂ ਕੋਲ ਹੈ ਨਹੀਂ। ਕਾਂਗਰਸ ਵਿੱਚ ਇਹ ਕੋਈ ਗੱਲ ਨਹੀਂ ਹੈ, ਠੀਕ ਕਹਿ ਰਹੇ ਆ, ਉਹ ਪ੍ਰਧਾਨ ਮੰਤਰੀ ਨਾ ਬਣਾਉਣਗੇ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਕਾਂਗਰਸ ਦੇ ਵੱਲੋਂ ਹੀ ਰਿਹਾ, 10 ਸਾਲ ਰਿਹਾ, ਬੜੇ ਸੋਹਣੇ ਤਰੀਕੇ ਨਾਲ ਰਾਜ ਕਰ ਗਿਆ। ਜਦੋਂ ਕਾਂਗਰਸ ਨੇ ਪਿੱਛੇ ਹੱਥ ਖਿੱਚਿਆ ਮਨਮੋਹਨ ਸਿੰਘ ਤੋਂ, ਪਿਛਲੇ ਉਹਦੇ ਰੂਲ ਦੇ 2 ਸਾਲ ਰਹਿੰਦੇ ਪਿੱਛੋਂ, ਉਹਦਾ ਕਾਂਗਰਸ ਦਾ ਹੀ ਬੁਰਾ ਹਾਲ ਹੋ ਗਿਆ ਸੀ। ਸਵਾਲ ਹੈ ਵੀ ਤੁਸੀਂ ਆਪਣੀ ਪੋਜੀਸ਼ਨ ਛੱਡ ਕੇ ਜਦੋਂ ਰਹੇ ਤਾਂ ਫਿਰ ਕਾਂਗਰਸ ਉਹਦੇ ਵਿੱਚੋਂ ਹੀ ਆਹ 2014 ਦਾ ਵਰਤਾਰਾ ਤੇ ਹਿੰਦੂਤਵ ਦਾ ਵਰਤਾਰਾ ਜਾਂ ਮੋਦੀ ਪੋਲਿਟਿਕਸ ਖੜੀ ਹੋਈ। ਇਸ ਕਰਕੇ ਕਾਂਗਰਸ ਨੂੰ ਕੋਈ ਸਮੱਸਿਆ ਨਹੀਂ ਹੈ, ਉਹ ਪ੍ਰਾਈਮ ਮਿਨਿਸਟਰ ਨਾ ਬਣਾਉਣਗੇ, ਠੀਕ ਰਹਿਣਗੇ, ਸਾਰਾ ਕੁਝ ਇਹ ਪੋਲਿਟਿਕਸ ਉਹਨਾਂ ਦੀ ਚੱਲ ਸਕਦੀ ਆ। ਪਰ ਇਹ ਆਪਣੇ ਆਪ ਵਿੱਚ ਦਿਲਚਸਪ ਕਿਸਮ ਦਾ ਤੇ ਬੜਾ ਨਿਖਰਵਾਂ ਵਰਤਾਰਾ ਸਾਰਾ ਸਾਹਮਣੇ ਆ ਰਿਹਾ। ਇਹ ਚਰਨ ਜੀ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ, ਸੰਖੇਪ 'ਚ, ਕਿ ਜਿਸ ਤਰ੍ਹਾਂ ਪਾਰਲੀਮੈਂਟ 'ਚ ਇਹ ਸਾਰਾ ਕੁਝ ਦੇਖਣ ਨੂੰ ਮਿਲਿਆ, ਕੀ ਹੁਣ ਜਿਹੜਾ ਜਨਤਕ ਜੀਵਨ ਵਿੱਚ ਜਦੋਂ ਹੁਣ ਜਿਹੜੀਆਂ ਇੰਡੀਆ ਗੱਠਜੋੜ ਦੀ ਮੀਟਿੰਗ ਵੀ ਹੋਏਗੀ, ਔਰ ਉਸ ਤੋਂ ਬਾਅਦ ਉਹ ਸਾਨੂੰ ਜਨਤਾ 'ਚ ਵੀ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਵਰਤਾਂਤ ਦੇਖਣ ਨੂੰ ਮਿਲਣਗੇ, ਜਾਂ ਇਹਦੇ 'ਚ ਕੁਝ ਹੋਰ ਤਰ੍ਹਾਂ ਦੇ ਵਰਤਾਰੇ ਵੀ ਸਾਹਮਣੇ ਆ ਸਕਦੇ? ਇਹਦੇ 'ਚ ਇੱਕ ਜਿੰਦੂ ਸਾਹਿਬ ਪੁਆਇੰਟ ਹੋਰ ਜ਼ਿਆਦਾ ਇੰਪੋਰਟੈਂਟ ਜਿਹੜਾ ਨਾ, ਉਹਦੇ ਵੱਲ ਵੀ ਧਿਆਨ ਲੋਕਾਂ ਦਾ ਬਹੁਤ ਗਿਆ, ਜਿਸ ਕਰਕੇ ਮੈਂ ਸ਼ੁਰੂ 'ਚ ਹੀ ਕਿਹਾ ਸੀ ਵੀ ਕਿਉਂ ਇਹ ਇੱਕ ਐਸਾ ਸੈਸ਼ਨ ਪਾਰਲੀਮੈਂਟ ਦਾ ਹੋਏਗਾ ਜਿਹਨੂੰ ਕੋਟ ਕੀਤਾ ਜਾਂਦਾ ਰਿਹਾ ਕਰੇਗਾ। ਜਾਣੀ ਪਾਰਲੀਮੈਂਟ ਦੇ ਸੈਸ਼ਨ ਨੂੰ, ਜਿਹੜੀ ਇਸ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਹੈਗੀ ਆ, ਉਹਨੂੰ ਇਲੈਕਸ਼ਨ ਰੈਲੀ ਦੇ ਵਿੱਚ ਜਿਹੜਾ ਨਾ ਕਨਵਰਟ ਕਰ, ਜਾਣੀ ਉਹ ਇਲੈਕਸ਼ਨ ਰੈਲੀ ਵੱਧ ਲੱਗਦੀ ਸੀ
ਸੈਸ਼ਨ ਜਿਹੜਾ ਨਾ ਘੱਟ ਲੱਗਦਾ ਸੀ। ਜਾਣੀ ਨਾਅਰੇ ਲਗਾਏ ਗਏ ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਕਰਨਾਟਕਾ ਦੀ ਇਲੈਕਸ਼ਨ ਦੇ ਵਿੱਚ ਜਾ ਕੇ ਨਾ ਨਾਂ ਲੈ ਕੇ ਆਪਣੇ ਵੀ ਵੋਟਾਂ ਕਿਹਦੇ ਨਾਂ ਤੇ ਪਾਓ, ਹਨਾ, ਵੀ ਪਿੱਛੇ ਲੋਕ ਬੋਲ ਰਹੇ ਆ ਤਾਂ ਅੱਗੇ ਜਿਹੜਾ ਨਾ ਨਾਰਾ ਲੱਗ ਰਿਹਾ ਬਜਰੰਗ ਦਲ ਵਾਲਾ ਮਾਮਲਾ ਬਜਰੰਗ ਜਿਹੜਾ ਬਲੀ ਬਜਰੰਗੀ ਦਾ ਦੀ ਜੈ ਇਸ ਤਰ੍ਹਾਂ, ਹਨਾ, ਹਾਂ ਬਜਰੰਗ ਬਲੀ ਦਾ। ਕਹਿਣ ਤੋਂ ਮੇਰਾ ਮਤਲਬ ਕਿ ਵੀ ਤੁਸੀਂ ਇਸ ਪਾਰਲੀਮੈਂਟ ਦੇ ਸਾਰੇ ਸੈਸ਼ਨ ਨੂੰ ਜਦੋਂ ਉਹ ਅੱਧ ਤੋਂ ਲੰਘ ਗਏ ਨਾ ਪ੍ਰਧਾਨ ਮੰਤਰੀ ਜੀ ਆਪਣੀ ਗੱਲ ਕਰਦੇ ਕਰਦੇ, ਹਨਾ, ਔਰ ਉਸ ਤੋਂ ਬਾਅਦ ਫਿਰ ਉਹ ਪਹਿਲਾ ਲਫ਼ਜ਼ ਜਿੱਦਾਂ ਨਾਅਰਾ ਚੁੱਕੀ ਦਾ ਏਦਾਂ ਬੋਲਦੇ ਸੀ, ਪਿੱਛੇ ਸਾਰੇ ਬੰਦੇ ਜਿਹੜੇ ਆ ਨਾ ਪਾਰਲੀਮੈਂਟ ਦੇ ਮੈਂਬਰ ਆ ਉਹ ਪਿੱਛੇ ਬੋਲਦੇ ਸੀਗੇ ਤੇ ਸਪੀਕਰ ਨੇ, ਕਿਉਂਕਿ ਉਹ ਪ੍ਰਧਾਨ ਮੰਤਰੀ ਨੂੰ ਕਹਿ ਨਹੀਂ ਸਕਦਾ ਹੈ ਕਿ ਵੀ ਐ ਨਾ ਕਰਿਓ ਤੇ ਉਹ ਨਾ ਕਰ, ਉਹਨੇ ਆਪਣਾ ਕਨਵੇ ਕਰਨ ਦੇ ਲਈ ਆਪਣਾ ਵਿਊ ਪੁਆਇੰਟ ਪਹਿਲਾਂ ਆਪੋਜੀਸ਼ਨ ਵਾਲਿਆਂ ਨੂੰ ਕਿਹਾ ਕਿ ਨਾਅਰੇ ਨਾ ਲਾਓ ਤੇ ਤੁਸੀਂ ਵੀ ਨਾ ਲਾਓ, ਹਨਾ, ਇੱਧਰ ਵੀ ਜਾਣੀ ਡਾਇਰੈਕਟਲੀ ਉਹਨੇ ਇਸ਼ਾਰਾ ਵੀ ਕੀਤਾ ਕਿ ਇਹ ਨਾਅਰੇਬਾਜ਼ੀ ਜਿਹੜੀ ਹੈ ਨਾ ਉਹਨੂੰ ਬੰਦ ਕੀਤਾ ਜਾਏ। ਉਹ ਇੱਕ ਪਾਰਲੀਮੈਂਟ ਦਾ ਸੈਸ਼ਨ ਹੋਣ ਦੀ ਥਾਂ ਤੇ ਇਲੈਕਸ਼ਨ, ਜਿੱਦਾਂ ਇਲੈਕਸ਼ਨ ਲੜੀ ਜਾ ਰਹੀ ਹੈ ਨਾ ਉੱਦਾਂ ਇਲੈਕਸ਼ਨ ਲੜਨ ਵਾਂਗ ਹੀ ਇਹ ਮੈਂ ਇਹ ਸੀਰੀਅਸ ਪੁਆਇੰਟ ਇਹਦੇ 'ਚ ਕੀ ਆ, ਜਿਹੜੇ ਮਗਰ ਬੋਲਦੇ ਸੀ ਪਾਰਲੀਮੈਂਟ ਦੇ ਮੈਂਬਰ ਉਹ ਆਮ ਪਾਰਟੀ ਦੇ ਵਰਕਰ ਜਾਂ RSS ਦੇ ਬੰਦੇ ਨਹੀਂ ਸੀ। ਉਹ ਹੋਣਗੇ ਜਿੰਨਾ ਚਿਰ ਉਹ ਜਿੱਤੇ ਨਹੀਂ ਸੀ। ਉਹ ਆਪਣੇ ਆਪਣੇ ਹਲਕੇ ਦੇ ਪ੍ਰਤੀਨਿਧ ਸੀਗੇ। ਹਲਕੇ ਦੇ ਪ੍ਰਤੀਨਿਧ ਦਾ ਮੈਂ ਨਾ ਕਿ ਪੂਰੀ ਦੀ ਪੂਰੀ ਜਨਸੰਖਿਆ ਜਿਹੜੀ ਉਸ ਹਲਕੇ 'ਚ ਆਉਂਦੀ ਆ ਉਹਨਾਂ ਦੇ ਪ੍ਰਤੀਨਿਧ ਸੀ ਚੁਣੇ ਹੋਏ। ਹੁਣ ਇਹ ਆ ਕਿ ਇੱਕ ਸਾਈਡ ਤੋਂ ਇੱਕ ਚੁਣੇ ਹੋਏ ਮੈਂਬਰ ਦਾ ਇਸ ਤਰ੍ਹਾਂ ਅੰਦਰ ਜਿਹੜਾ ਉਹ ਆਪਣਾ ਵਿਊ ਪੁਆਇੰਟ ਰੱਖੇ, ਆਪਣੀ ਪਾਰਟੀ ਦਾ ਰੱਖੇ, ਔਰ ਉਹਦੇ ਕੋਈ ਗੱਲ ਨਹੀਂ ਏਦਾਂ ਨਹੀਂ ਹੁੰਦੀ। ਲੇਕਿਨ ਇਹ ਲੱਗਦਾ ਏਦਾਂ ਸੀ ਕਿ ਅੱਗੇ ਨਾਅਰਾ ਲਾਇਆ ਜਾ ਰਿਹਾ, ਪਿੱਛੇ ਆਵਾਜ਼ ਆ ਰਹੀ ਹੈ, ਇਕੱਠੀ ਆਵਾਜ਼ ਆ ਰਹੀ ਹੈ। ਜਾਣੀ ਇਹ ਤਰੀਕਾ ਪਾਰਲੀਮੈਂਟ ਦਾ ਜਾਂ ਪਾਰਲੀਮੈਂਟ ਦੀ ਮਰਿਆਦਾ ਦਾ ਤਰੀਕਾ ਨਹੀਂ ਹੈ। ਔਰ ਇਹ ਜਿਹੜਾ ਬੜਾ ਅਜੀਬ ਲੱਗਾ ਮੈਨੂੰ ਪਰਸਨਲੀ, ਇਹ ਬੜਾ ਅਜੀਬ ਲੱਗਾ ਕਿ ਜਿਹੜਾ ਬੰਦਾ MP ਚੁਣ ਕੇ ਗਿਆ ਹੋਇਆ, ਜਿਨ੍ਹਾਂ ਨੇ ਉਹਨੂੰ ਵੋਟਾਂ ਨਹੀਂ ਪਾਈਆਂ ਸੀ, ਉਹਦੀ ਹੈਸੀਅਤ ਕੀ ਰਹਿ ਗਈ ਜਾ ਕੇ ਪ੍ਰਤੀਨਿਧਾਂ ਤੇ ਆਪਣੇ ਪ੍ਰਤੀਨਿਧ ਦੇ ਰਾਹੀਂ ਜੇ ਉਹ ਰਿਪਰੈਜ਼ੈਂਟ ਹੋ ਰਹੇ ਲੋਕ, ਤਾਂ ਉਹਦੀ ਹੈਸੀਅਤ ਕੀ ਰਹਿ ਗਈ ਆ ਜਿਹੜਾ ਇੱਕ ਪਾਸੇ ਲੱਗ। ਸੋ ਕਹਿਣ ਤੋਂ ਮੇਰਾ ਮਤਲਬ ਹੈ ਕਿ ਵੀ ਉਹ ਤਰੀਕਾ ਜਿਹੜਾ ਅਖਤਿਆਰ ਕੀਤਾ ਗਿਆ, ਜਿਹਦੇ ਤੇ ਸਪੀਕਰ ਨੇ ਆਨੇ ਬਹਾਨੇ ਦੋਹਾਂ ਧਿਰਾਂ ਨੂੰ ਕਿਹਾ ਕਿ ਨਾਅਰੇਬਾਜ਼ੀ ਨਹੀਂ ਕਰਨੀ, ਹੈ ਨਾ। ਸੋ ਤੇ ਜਦੋਂ ਉਹ ਉੱਠ ਕੇ ਜਾਂਦੇ ਸੀ ਆਪੋਜੀਸ਼ਨ ਦੇ ਬੰਦੇ, ਐਦਾਂ ਫੀਲ ਹੋਵੇ ਕਿ ਜਿੱਦਾਂ ਇਹਨਾਂ ਨੂੰ ਐਂ ਲੱਗ ਰਿਹਾ ਕਿ ਅਸੀਂ ਗਲਤ ਰੈਲੀ 'ਚ ਆ ਗਏ ਹਾਂ, ਸਾਡੀ ਇਹ ਰੈਲੀ ਨਹੀਂ ਸੀਗੀ, ਹੈ ਨਾ, ਬਾਹਰ ਨਿਕਲ ਗਿਆ ਉਹ। ਸੋ ਇਸ ਕਰਕੇ ਇੱਕ ਇਹ ਪੁਆਇੰਟ। ਦੂਸਰੀ ਹੈ ਕਿ ਪਬਲਿਕ ਹੈ, ਲੋਕ ਹੈ ਜਿਹੜੇ ਨਾ, ਔਰ ਮੈਂ ਇਸ ਕਰਕੇ ਪਹਿਲਾਂ ਵੀ ਕਹਿ ਹਟਿਆ ਕਿ ਹੁਣ ਜਦੋਂ ਇਹਦੇ ਤੇ ਵਿਚਾਰ ਜਾਣੀ ਚੈਨਲਾਂ ਤੇ ਵੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਸੱਥਾਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਜਦੋਂ ਇਹਦੇ ਤੇ ਗੱਲਾਂ ਹੁਣ ਹੋਣਗੀਆਂ, ਔਰ ਇਹ ਗੱਲਾਂ ਉੱਦਾਂ ਦੀਆਂ ਹੀ ਹੋਣਗੀਆਂ ਜਿਸ ਤਰ੍ਹਾਂ ਦੀ ਅਸੀਂ ਗੱਲਾਂ ਕਰ ਰਹੇ ਹਾਂ, ਔਰ ਲੋਕਾਂ ਦੀ ਭਾਵਨਾ ਨੂੰ ਕਿਹਨੇ ਰਿਪਰੈਜ਼ੈਂਟ ਕੀਤਾ ਉੱਥੇ, ਤਾਂ ਜਾਂ ਨਵੀਂ ਗੱਲ ਜਿਹੜੀ ਉੱਥੇ ਕਿਹੜੀ ਆਈ। ਤੁਸੀਂ ਹੁਣ ਵੀ ਬਾਅਦ 'ਚ ਵੀ ਦੇਖ ਲੈਣਾ ਕਿ ਕੋਈ ਇੱਕ ਪੁਆਇੰਟ ਐਸਾ ਹੈ ਸੀ ਜਿਹਦਾ ਮਤੇ ਦੇ ਨਾਲ ਕੋਈ ਤਾਲੁਕ ਰੱਖਦਾ ਹੋਵੇ। ਜਿਹੜਾ ਮਤਾ ਰੱਖਿਆ ਗਿਆ ਸੀ, ਜਿਹੜੇ 3 ਪੁਆਇੰਟ ਪੁੱਛੇ ਗਏ ਸੀ ਕਿ ਤੁਸੀਂ 90 ਦਿਨ ਬੀਤ ਗਏ, ਤੁਸੀਂ ਉੱਥੇ ਗਏ ਕਿਉਂ ਨਹੀਂ, ਤੁਸੀਂ 80 ਦਿਨ ਬੋਲੇ ਕਿਉਂ ਨਹੀਂ, ਜਾਂ ਉੱਥੇ ਤੁਸੀਂ ਸਰਕਾਰ ਜਿਹੜੀ ਹੈ ਜਿਹੜੀ ਨਾਅਹਿਲੀ ਸਾਬਤ ਹੋਈ ਆ ਉਹਨੂੰ ਸਸਪੈਂਡ ਕਿਉਂ ਨਹੀਂ ਕੀਤਾ। ਜਵਾਬ ਇਹ ਕਿ ਜੀ ਉਹ ਸਾਡੇ ਨਾਲ ਕੋਆਪਰੇਟ ਕਰਦਾ। ਨਵਾਂ ਵੀ ਜਦੋਂ ਮੁੱਖ ਮੰਤਰੀ ਬਣੇਗਾ ਜੰਡੂ ਸਾਹਿਬ, ਉਹ ਇਸੇ ਪਾਰਟੀ ਦਾ ਹੀ ਬਣੇਗਾ ਨਾ, ਇਹ ਸਰਕਾਰ ਦਾ ਹੀ ਬਣੇਗਾ। ਮੁੱਖ ਮੰਤਰੀ ਇਹ ਕੋਆਪਰੇਟ ਕਰਦਾ, ਜੇ ਤੁਹਾਡਾ ਹੀ ਆਪਣਾ ਲਾਇਆ ਹੋਇਆ ਨਵਾਂ ਮੁੱਖ ਮੰਤਰੀ ਕੋਆਪਰੇਟ ਨਹੀਂ ਕਰੇਗਾ ਤਾਂ ਫਿਰ ਇਹ ਕਿੱਦਾਂ ਲੋਕ ਯਕੀਨ ਕਰਨਗੇ, ਕਿੱਦਾਂ ਸੱਚ ਮੰਨਣਗੇ ਕਿ ਇਹਨੂੰ ਹੀ ਰੱਖਣਾ। ਜਾਂ ਇਹ ਕਿ ਜੀ ਕੋਆਪਰੇਟ ਕਰ ਰਿਹਾ ਤੇ ਜੋ ਕੁਛ ਉੱਥੇ ਵਾਪਰ ਰਿਹਾ CM ਦੀ ਅਗਵਾਈ ਦੇ ਵਿੱਚ ਜਾਂ ਸਰਕਾਰ ਚੱਲੀ ਤੇ ਉੱਥੇ ਆਰਮਰੀ ਲੁੱਟੀ ਗਈ, ਉੱਥੇ ਉਜਾੜਾ ਹੋਇਆ, ਉੱਥੇ ਕੈਂਪ ਭਰੇ ਪਏ ਆ, ਉੱਥੇ ਕਤਲ ਹੋਇਆ 150 ਤੋਂ ਵੱਧ, ਉੱਥੇ ਔਰਤਾਂ ਦੇ ਨਾਲ ਇਹ ਹੋਇਆ ਕਿ ਇਹ ਕੋਆਪਰੇਸ਼ਨ ਤੋਂ ਕੀ ਮਤਲਬ, ਕੀ ਲੋਕ ਇਹਦਾ ਅਰਥ ਲੈਣਗੇ, ਹੈ ਨਾ, ਕਿ ਸਾਡੇ ਆਖੇ ਲੱਗ ਕੇ CM ਜਿਹੜੇ ਨਾ ਉਹ ਕੰਮ ਕਰ। ਸੋ ਕਹਿਣ ਤੋਂ ਮੇਰਾ ਮਤਲਬ ਇਹ ਬਹਾਨਾ ਕੋਈ ਹੋਰ, ਨਿਸ਼ਾਨਾ ਕੋਈ ਹੋਰ,
ਇਹ ਲੋਕਾਂ ਨੇ ਹੁਣ ਜਿਹੜੀ ਨਾ ਗੱਲ ਨੂੰ ਇੰਨਾ ਮਤਲਬ ਇੰਨੇ ਲੋਕ ਨਹੀਂ ਰਹਿ ਗਏ ਭੋਲੇ ਭਾਲੇ ਕਿ ਵੀ ਉਹ ਗੱਲਾਂ ਨੂੰ ਸਮਝਦੇ ਨਹੀਂ ਹੈ। ਠੀਕ। ਸਿਰ ਸਾਹਿਬ ਤੁਸੀਂ ਵੀ ਆਪਣਾ ਸਮਾਂ ਵੀ ਸਮਾਪਤੀ ਹੋ ਰਿਹਾ, ਕੁਝ ਸੰਖੇਪ ਜੋ ਕੋਈ ਚਾਨਾ ਜੀ ਨੇ ਕਹਿੰਦੇ ਤੁਸੀਂ ਵੀ ਕੁਝ ਕਹਿਣਾ ਹੋਵੇ। ਬਸ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਬਹੁਤੇ ਜਿਹੜੇ ਪਾਰਲੀਮੈਂਟ ਕਵਰ ਕਰਨ ਵੇਲੇ ਅਸੀਂ ਇਹ ਕਈ ਸਾਲ ਦੇਖਦੇ ਰਹੇ ਹਾਂ ਤੇ ਅਸੀਂ ਕਹਿੰਦੇ ਹੁੰਦੇ ਸੀ ਕਈ ਵਾਰੀ MP ਕੋਲ ਕੋਈ ਗੱਲ ਕਰਨ ਨੂੰ ਨਹੀਂ ਸੀ ਹੁੰਦੀ, ਉਹਨੇ ਉੱਠ ਕੇ ਬੋਲਣਾ ਤੇ ਉਹ ਦਖਲ ਅੰਦਾਜ਼ੀ ਵੀ ਕਰਨੀ, ਫਜ਼ੂਲ ਕਿਸਮ ਦੀਆਂ ਗੱਲਾਂ ਵੀ ਕਰਨੀਆਂ ਉੱਠ ਕੇ, ਤੇ ਕਿਸੇ ਨਾ ਕਿਸੇ ਨੇ ਸੈਸ਼ਨ ਚੱਲਦੇ ਤਾਂ ਉਦੋਂ ਇਹ ਆਮ ਸਾਡੇ ਵਿੱਚ ਪੱਤਰਕਾਰਾਂ ਵਿੱਚ ਹੁੰਦਾ ਸੀ, ਇਹ ਮਜ਼ਾਕ ਚੱਲਦਾ ਹੁੰਦਾ ਸੀ ਵੀ ਇਹ ਐਡਰੈਸ ਕਰ ਰਿਹਾ ਆਪਦੀ ਕੰਸਟੀਚੁਐਂਸੀ ਨੂੰ, ਪਿੱਛੇ ਉਹਨਾਂ ਨੂੰ ਦਿਖਾ ਰਿਹਾ ਵੀ ਮੈਂ ਬੜਾ ਐਕਟਿਵਲੀ ਪਾਰਟਿਸਿਪੇਟ ਕਰ ਰਿਹਾ। ਫਿਰ ਮਜ਼ਾਕ ਹੁੰਦਾ ਸੀ ਵੀ ਅੱਜ ਫਲਾਣੇ ਨੇ ਯਾਰ ਉਹ ਸਾਰਾ ਇਹ ਕੀਤਾ। ਇਸ ਕਰਕੇ ਇਹ ਸਾਰੇ ਜਿਹੜੇ ਨਾਅਰੇ ਲੈ ਰਹੇ, ਠੀਕ ਹੈ, ਇਹ ਹੁਣ ਪਾਰਟੀ ਦੇ ਪੱਕੇ ਵਰਕਰ ਦੇ ਲੈਵਲ ਤੇ ਜੇ ਬੀਜੇਪੀ ਵਾਲੇ ਜਿੱਤ ਕੇ ਆਏ ਆ ਤੇ ਉਸੇ ਲੈਵਲ ਤੇ ਇਹਨਾਂ ਨੂੰ ਹੁਣ ਪੇਸ਼ ਹੋਣਾ ਪਊਗਾ। ਤੇ ਉਹ ਠੀਕ ਐਡਰੈਸ ਕਰ ਰਹੇ ਸੀ ਉਹੀ ਗੱਲਬਾਤ ਵੀ ਅਸੀਂ ਮੋਦੀ ਨਾਲ ਖੜੇ ਆ, ਸਾਡੀ ਪਾਰਟੀ ਮੌਜੂਦ ਆ, ਪਾਰਟੀ ਦੀਆਂ ਹੀ ਗੱਲਾਂ ਆਪਦੇ ਗਾਹਾਂ ਕੰਸਟੀਚੁਐਂਸੀ ਹਲਕਿਆਂ 'ਚ ਲੈ ਕੇ ਜਾ ਰਹੇ ਸੀ। ਦੂਸਰੀ ਗੱਲ ਰਹੇਗੀ ਲਾਸਟ ਵਿੱਚ, ਮੈਂ ਇਹ ਫੇਰ ਹੀ ਕਹਿਣਾ ਚਾਹੁੰਦਾ, ਬਹੁਤ ਖਿੱਤਿਆਂ ਦੇ ਵਿੱਚ ਇਹ ਸ਼ੱਕ ਸ਼ੰਕੇ ਤੇ ਇਹ ਡਰ ਪਾਇਆ ਜਾਂਦਾ ਵੀ ਜੇ ਇਹਨਾਂ ਨੇ ਜਿਸ ਤਰੀਕੇ ਦਾ ਸ਼ੁਰੂ ਕਰਤਾ, ਇਹਨਾਂ ਨੇ ਹੁਣ ਚੰਦਰਚੂੜ ਨੂੰ, ਜਸਟਿਸ ਚੰਦਰਚੂੜ ਨੂੰ ਪੈਨਲ ਚੋਂ, ਇਲੈਕਸ਼ਨ ਪੈਨਲ ਚੋਂ ਬਾਹਰ ਕੱਢਣ ਦੀ ਗੱਲ ਸ਼ੁਰੂ ਕਰਤੀ ਹੈ, ਬਿੱਲ ਲੈ ਆਂਦਾ, ਇਹ ਕੰਟਰੋਲ ਕਰਨਗੇ, ਬੜੇ ਜ਼ੋਰ ਸ਼ੋਰ ਨਾਲ ਕੰਟਰੋਲ ਕਰਨਗੇ ਸਾਰਾ ਉਸ ਇਲੈਕਸ਼ਨ ਸਿਸਟਮ ਨੂੰ। ਜਿਹੜਾ ਇਲੈਕਸ਼ਨ ਸਿਸਟਮ ਹੈ ਜਾਂ ਇਲੈਕਸ਼ਨ ਕਿਵੇਂ ਕੰਡਕਟ ਕਰਨੀ ਹੈ, ਇਹ ਬੁਨਿਆਦੀ ਤੌਰ ਉੱਤੇ ਹਰ ਡੈਮੋਕ੍ਰੇਸੀ ਦੀ ਬੁਨਿਆਦ ਹੁੰਦੀ ਹੈ, ਜੜ ਹੁੰਦੀ ਹੈ। ਉਹਦੀ ਕੁਆਲਿਟੀ ਇੱਥੋਂ ਹੀ ਜੱਜ ਹੋ ਸਕਦੀ ਹੈ ਵੀ ਕਿਸ ਤਰ੍ਹਾਂ ਬੰਦੇ ਚੁਣ ਕੇ ਆਏ ਆ। ਫਸਟ ਪਾਸ ਦਾ ਪੋਸਟ ਸਿਸਟਮ ਅਸੀਂ ਬਦਲੇ ਨਹੀਂ, ਨਾ ਬਦਲਣ ਦਿੱਤਾ ਇੱਥੇ ਪਿਛਲੇ, ਤੇ ਦੁਨੀਆ ਦੇ 80-90 ਕੰਟਰੀਆਂ ਦੇ ਵਿੱਚ, ਡੈਮੋਕ੍ਰੈਟਿਕ ਕੰਟਰੀਆਂ ਦੇ ਵਿੱਚ ਇਹ ਸਿਸਟਮ ਹੈ ਹੀ ਨਹੀਂ, ਨੇੜੇ ਤੇੜੇ ਨਹੀਂ ਰੱਖਿਆ ਗਿਆ, ਅਸੀਂ ਨਹੀਂ ਬਦਲਿਆ। ਤੇ ਇਸ ਕਰਕੇ ਅਸੀਂ ਬਦਲਿਆ ਵੀ ਨਹੀਂ, ਅਸੀਂ ਇਲੈਕਸ਼ਨ ਸਿਸਟਮ ਨੂੰ ਕੰਟਰੋਲ ਕਰਨ ਤੇ ਸਾਰੀ ਸਾਡੀ ਪੋਲਿਟਿਕਸ ਇੱਕ ਇਲੈਕਸ਼ਨੀਅਰਿੰਗ ਵੱਲ ਜਾਂ ਇਲੈਕਸ਼ਨ ਡੈਮੋਕ੍ਰੇਸੀ ਹੋ ਗਈ ਹੈ, ਬਸ ਚੋਣ ਡੈਮੋਕ੍ਰੇਸੀ ਹੋ ਗਈ ਹੈ, ਦੂਜੀ ਡੈਮੋਕ੍ਰੇਸੀ ਖਤਮ ਹੋ ਗਈ। ਇਸੇ ਕਰਕੇ ਸਾਨੂੰ ਡਰ ਹੈ, ਬਹੁਤਿਆਂ ਨੂੰ ਡਰ ਹੈ ਲੋਕਾਂ ਨੂੰ ਵੀ ਆਹ ਫਿਰ ਇਹ ਇਲੈਕਸ਼ਨ ਕਮਿਸ਼ਨ ਨੂੰ ਕੰਟਰੋਲ ਕਰਕੇ, ਮੈਨੂਪਲੇਟ ਕਰਕੇ ਫੇਰ ਨਾ ਆ ਜਾਣ ਤੇ ਇਹਦੇ ਕਹਿਣ ਦਾ ਵੀ ਕੋਈ ਮਤਲਬ ਹੈ ਜਿਹੜਾ ਪਾਰਲੀਮੈਂਟ ਵਿੱਚ ਮੋਦੀ ਨੇ ਕਿਹਾ ਵੀ ਅਸੀਂ ਫੇਰ ਤੀਸਰੀ ਵਾਰ ਆ ਰਿਹਾ ਮੈਂ, ਤੀਸਰੀ ਵਾਰ ਆ ਰਹੇ ਹਾਂ, ਇਹ ਕੋਈ ਐਵੇਂ ਨਹੀਂ ਕਿਹਾ, ਕੌਨਫੀਡੈਂਸ ਕਿਹਾ। ਕੌਨਫੀਡੈਂਸ ਪਿੱਛੇ ਜਿਹੜੀ ਜੋ ਤਰੀਕੇ ਹੁੰਦੇ ਆ ਉਹ ਇਹ ਜਿਹੜੀ ਰੂਲਿੰਗ ਪਾਰਟੀ ਵਰਤ ਸਕਦੀ, ਉਹ ਵਰਤਣ ਨੂੰ ਤਿਆਰ ਹੈ। ਇਹ ਇੰਡੀਕੇਸ਼ਨ ਹੈ, ਬਸ ਮੈਂ ਇਹੀ ਕਹਿਣਾ ਚਾਹੁੰਦਾ। ਇੱਥੇ ਹੀ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਾਂਗੇ। ਜਿਸ ਤਰ੍ਹਾਂ ਸਾਡੇ ਵਿਸ਼ੇਸ਼ ਮਹਿਮਾਨਾਂ ਦੀ ਇਹ ਰਾਏ ਹੈ ਕਿ ਵਿਰੋਧੀ ਧਿਰ ਇੰਡੀਆ ਗੱਠਜੋੜ ਜਿਹੜਾ ਉਹ ਆਪਣੇ ਇਸ ਇਰਾਦੇ ਵਿੱਚ ਤਾਂ ਸਫਲ ਹੋਇਆ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਪਾਰਲੀਮੈਂਟ 'ਚ ਆਉਣ, ਲੋਕ ਸਭਾ 'ਚ ਆਉਣ ਤੇ ਆ ਕੇ ਮਣੀਪੁਰ ਬਾਰੇ ਗੱਲ ਕਰਨ। ਭਾਵੇਂ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜਾ ਨਰਿੰਦਰ ਮੋਦੀ ਦਾ ਫਰਜ਼ ਬਣਦਾ ਸੀ ਕਿ ਉਸ ਮਤੇ ਦੇ ਉੱਤੇ ਜਵਾਬ ਉਹਨਾਂ ਸਵਾਲਾਂ ਦੇ ਦਿੱਤੇ ਜਾਂਦੇ ਜਿਨ੍ਹਾਂ ਨੂੰ ਲੈ ਕੇ ਉਹ ਮਤਾ ਲਿਆਂਦਾ ਗਿਆ ਸੀ, ਉਹਨਾਂ ਨੇ ਉਹ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਗੱਲਬਾਤ ਨੂੰ ਹੋਰ ਪਾਸੇ ਜਿਹੜਾ ਉਹ ਲੈ ਕੇ ਗਏ, ਜਿਸ ਦੇ ਕਾਰਨ ਵਿਰੋਧੀ ਧਿਰ ਉੱਥੋਂ ਉੱਠ ਕੇ ਚਲੀ ਗਈ। ਔਰ ਸਾਡੇ ਵਿਸ਼ੇਸ਼ ਮਹਿਮਾਨਾਂ ਦੀ ਇਹ ਵੀ ਰਾਏ ਹੈ ਕਿ ਹੁਣ ਜਿਹੜਾ ਦੇਸ਼ ਹੈ ਉਹ ਦੋ ਧਰੂਵੀ ਜਿਹੜੀ ਹੈ ਰਾਜਨੀਤੀ ਹੈ ਉਹਦੇ ਵੱਲ ਅੱਗੇ ਵੱਧ ਰਿਹਾ, ਤੇ ਇਹੀ ਹੁਣ ਸਾਨੂੰ ਆਉਣ ਵਾਲੇ ਸਮੇਂ ਦੇ ਅੰਦਰ ਚੋਣਾਂ ਤੱਕ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਲੋਕ ਵੀ ਇਸੇ ਹੀ ਲਾਈਨ ਦੇ ਉੱਤੇ ਕਿਸ ਤਰ੍ਹਾਂ ਅੱਗੇ ਵੱਧ ਕੇ ਆਪਣਾ ਜਿਹੜਾ ਵਿਚਾਰ ਬਣਾਉਂਦੇ ਆ ਤੇ ਕਿਸ ਤਰ੍ਹਾਂ 2024 ਦਾ ਜਿਹੜਾ ਚੋਣ ਨਤੀਜੇ ਵੱਲ ਉਸ ਦੇ ਵਿੱਚ ਅੱਗੇ ਵਧਦੇ ਆ। ਇੱਥੇ ਹੀ ਅਸੀਂ ਸਾਰੀ ਗੱਲ ਨੂੰ ਸਮੇਟਦੇ ਹਾਂ। ਔਰ ਜਿਹੜੇ ਦੋਸਤ ਸਾਡੀ ਇਸ ਗੱਲਬਾਤ ਨਾਲ ਜੁੜੇ, ਸਾਡੇ ਪ੍ਰੋਗਰਾਮ ਨਾਲ ਜੁੜੇ, ਔਰ ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਸ ਸਾਰੀ ਗੱਲਬਾਤ ਬਾਰੇ ਕੋਈ ਵਿਸ਼ੇਸ਼ ਰਾਏ ਹੋਵੇ, ਕੋਈ ਟਿੱਪਣੀ ਹੋਵੇ ਤਾਂ ਤੁਸੀਂ ਜ਼ਰੂਰ ਉਸ ਨੂੰ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਜਿਹੜਾ YouTube ਦਾ ਕਮੈਂਟ ਬਾਕਸ ਹੈ ਉੱਥੇ ਜਾ ਕੇ ਉਸ ਨੂੰ ਦਰਜ ਕਰਨਾ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹਦੇ ਵਿੱਚ ਉਹਨਾਂ ਟਿੱਪਣੀਆਂ ਨੂੰ, ਤੁਹਾਡੀ ਰਾਏ ਨੂੰ ਨਾਲ ਵਿੱਚ ਸ਼ਾਮਲ ਕੀਤਾ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ, ਸਿੱਧ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਸ਼ੁਕਰੀਆ।